ਸਤਿ ਸ੍ਰੀ ਅਕਾਲ ਜੀ। ਮੈਂ ਜਸਪਾਲ ਸਿੰਘ ਤੇ ਸਵਾਗਤ ਹੈ ਸਾਰਿਆਂ ਦਾ ਬ੍ਰੇਨ ਔਨ ਟੀਵੀ ਤੇ। ਦਰਸ਼ਕੋ, ਜਿਵੇਂ ਗੁਰਬਾਣੀ ਵਿੱਚ ਸੰਤਾਂ ਦੀ ਬਹੁਤ ਵਾਰ ਮਹਿਮਾ ਕੀਤੀ ਗਈ ਹੈ, ਉੱਥੇ ਹੀ ਪਖੰਡੀ ਸੰਤਾਂ ਦੇ ਵਾਸਤੇ ਵੀ ਗੁਰੂ ਸਾਹਿਬ ਨੇ ਬੜੇ ਵਧੀਆ ਤਰੀਕੇ ਨਾਲ ਸਮਝਾਇਆ ਕਿ ਪਖੰਡੀ ਸੰਤ ਜਾਂ ਭੇਖੀ ਸੰਤ ਕਿਹੋ ਜਿਹੇ ਹੁੰਦੇ ਨੇ। ਪਰ ਜਿੱਥੇ ਜਦੋਂ ਮਹਿਮਾ ਕੀਤੀ ਜਾਂਦੀ ਹੈ ਸੰਤਾਂ ਦੀ, ਤਾਂ ਉੱਥੇ ਵੀ ਗੱਲ ਉੱਭਰ ਕੇ ਆਉਂਦੀ ਕਿ ਇੱਕ ਜਿਹੜਾ ਸੰਤ ਹੁੰਦਾ ਹੈ ਉਹ ਲੱਖਾਂ ਹਜ਼ਾਰਾਂ ਲੋਕਾਂ ਨੂੰ ਭਵ ਸਾਗਰ ਤੋਂ ਤਾਰਨ ਦੇ ਸਮਰੱਥ ਹੁੰਦਾ। ਲੇਕਿਨ ਇਸ ਦੇ ਉਲਟ ਬੜੀ ਹੈਰਾਨੀ ਦੀ ਤੇ ਅਜੀਬੋ ਗਰੀਬ ਜੀ ਗੱਲ ਹੈ ਕਿ ਸਿੱਖਾਂ ਦੇ ਵਿੱਚ ਬਹੁਤ ਸਾਰੇ ਸੰਤ ਨੇ, ਔਰ ਇੰਨੇ ਸੰਤਾਂ ਦੇ ਹੋਣ ਦੇ ਬਾਵਜੂਦ ਵੀ ਸਿੱਖਾਂ ਦੀ ਜਿਹੜੀ ਭਵ ਸਾਗਰ ਦੇ ਵਿੱਚ ਬੇੜੀ ਹੈ ਉਹ ਬੜੀ ਡਾਵਾਡੋਲ ਸਿਚੁਏਸ਼ਨ ਦੇ ਵਿੱਚ ਚੱਲ ਰਹੀ ਹੈ। ਨਾ ਤਾਂ ਸਿੱਖਾਂ ਕੋਲ ਪ੍ਰੋਪਰ ਕੋਈ ਲੀਡਰਸ਼ਿਪ ਹੈ, ਨਾ ਸਿੱਖਾਂ ਦੇ ਕੋਈ ਸੈਂਟਰਲ ਜਥੇਬੰਦੀ, ਔਰ ਜਿੱਥੇ ਕਿਤੇ ਦੇਖ ਲਓ ਸਿੱਖਾਂ ਦੇ ਉੱਪਰ ਕਈ ਤਰੀਕੇ ਦੇ ਹਮਲੇ, ਜਾਂ ਸਿੱਖਾਂ ਦੇ ਵਿੱਚ ਇੱਕ ਜਿਹੜਾ ਕਹਿ ਲਓ ਕਿ ਅਸੰਤੋਸ਼ ਬਣਿਆ ਹੋਇਆ ਸਿੱਖਾਂ ਨੂੰ। ਮਤਲਬ ਜਿਹੜੀ ਇੱਕ ਉਹਨਾਂ ਦੀ ਇੱਕ ਰਿਸਪੈਕਟ ਹੋਣੀ ਚਾਹੀਦੀ ਸੀ, ਜਾਂ ਜੋ ਗੁਰੂ ਸਾਹਿਬ ਨੇ ਜਿਸ ਕਿਸਮ ਨਾਲ ਸਿੱਖੀ ਨੂੰ ਪੈਦਾ ਕੀਤਾ ਸੀ ਉਸ ਕਿਸਮ ਨਾਲ ਚੜ੍ਹਦੀ ਕਲਾ ਨਹੀਂ ਹੈਗੀ। ਪਰ ਇਹਦੇ ਨਾਲ ਨਾਲ ਸੰਤਾਂ ਦੀ ਚੜ੍ਹਦੀ ਕਲਾ ਬਹੁਤ ਹੋ ਰਹੀ ਹੈ। ਹੁਣ ਪਿੱਛੇ ਜੇ ਸੰਤ ਸਮਾਜ ਇੱਕ ਬਣਿਆ ਹੋਇਆ, ਉਹਨਾਂ ਨੇ ਮੀਟਿੰਗ ਕਰਕੇ ਜਲੰਧਰ ਦੇ ਵਿੱਚ, ਤੇ ਸ਼੍ਰੋਮਣੀ ਅਕਾਲੀ ਦਲ ਸਿੱਧਾ ਕਹਿ ਲਓ ਕਿ ਪ੍ਰਕਾਸ਼ ਸਿੰਘ ਬਾਦਲ ਨੂੰ, ਬਾਦਲ ਪਰਿਵਾਰ ਨੂੰ ਆਪਣੀ ਸਪੋਰਟ ਜਿਹੜੀ ਦੇ ਦਿੱਤੀ ਹੈ। ਪਰ ਹੈਰਾਨੀ ਦੀ ਗੱਲ ਇਹ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਭਾਵੇਂ ਕਿ ਅਕਾਲੀ ਦਲ ਵੱਲੋਂ, ਸੁਖਬੀਰ ਸਿੰਘ ਹੁਣਾਂ ਵੱਲੋਂ ਕਹਿ ਦਿੱਤਾ ਗਿਆ ਕਿ ਨਹੀਂ ਕਰਾਈ ਗਈ ਅਕਾਲੀ ਦਲ ਨੇ, ਪਰ ਕਿਤੇ ਨਾ ਕਿਤੇ ਸਿੱਖ ਜਥੇਬੰਦੀਆਂ ਜਾਂ ਸਿੱਖ ਪੰਥਕ ਧਿਰਾਂ ਜਿਹੜੀਆਂ ਨੇ ਉਹ ਇਹ ਕਹਿੰਦੀਆਂ ਆ ਰਹੀਆਂ ਨੇ ਕਿ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਅਕਾਲੀ ਦਲ ਨੇ ਬਚਾਇਆ, ਔਰ ਜਿਹੜੇ ਸ਼ਾਂਤਮਈ ਧਰਨਾ ਦੇ ਰਹੀ ਸੀ ਸਿੱਖ ਸੰਗਤ, ਉਹਨਾਂ ਦੇ ਉੱਪਰ ਅਤਿਆਚਾਰ ਕੀਤਾ, ਗੋਲੀਆਂ ਚਲਵਾਈਆਂ, ਔਰ ਸ਼ਹੀਦ ਵੀ ਕੀਤਾ ਲੋਕਾਂ ਨੂੰ। ਸੋ ਇਹ ਸਾਰੀਆਂ ਚੀਜ਼ਾਂ ਭੁੱਲ ਕੇ ਤਾਂ ਸੰਤ ਸਮਾਜ ਕਿਸ ਮੂੰਹ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਪੋਰਟ ਕਰਨ ਜਾ ਰਿਹਾ, ਇਹ ਸਮਝ ਤੋਂ ਬਾਹਰ ਹੈ। ਵੈਸੇ ਜੇ ਸੋਚਣ ਵਾਲੀ ਗੱਲ ਹੋਵੇ ਤਾਂ, ਕਿਉਂਕਿ ਸਿੱਖ ਅਕਾਲ ਦਾ ਪੈਰੋਕਾਰ ਹੈ, ਅਕਾਲ ਦੀ ਪੂਜਾ ਕਰਦਾ, ਪੂਜਾ ਅਕਾਲ ਕੀ ਪਰਚਾ ਸ਼ਬਦ ਦਾ, ਤਾਂ ਹਰ ਇੱਕ ਸੱਚਾ ਸਿੱਖ ਆਪਣੇ ਆਪ ਦੇ ਵਿੱਚ ਹੀ ਅਕਾਲੀ ਹੈ। ਲੇਕਿਨ ਬਾਦਲ ਪਰਿਵਾਰ ਜਿਹੜਾ ਹੈਗਾ, ਉਹਦੇ ਤੋਂ ਸਿੱਖਾਂ ਨੂੰ ਬੜੇ ਗਿਲੇ ਸ਼ਿਕਵੇ ਨੇ, ਬੜੇ ਰੋਸ਼ ਨੇ। ਉਹਨਾਂ ਦੇ ਉੱਪਰ ਕਦੇ ਕੋਈ ਜਵਾਬ ਤਲਬੀ ਨਹੀਂ ਹੋਈ। ਹਾਲਾਂਕਿ ਸਿੱਖਾਂ ਨੇ ਬਹੁਤ ਵਾਰੀ ਪ੍ਰੋਟੈਸਟ ਵੀ ਕੀਤੇ, ਮੀਡੀਆ ਦੇ ਵਿੱਚ ਵੀ ਗੱਲਾਂ ਆਈਆਂ, ਲੇਕਿਨ ਬਾਦਲ ਪਰਿਵਾਰ ਉਹਨਾਂ ਇਲਜ਼ਾਮਾਂ ਦੇ ਉੱਪਰ ਕਦੇ ਜਵਾਬ ਦੇਣ ਦੀ ਉਹਨਾਂ ਨੇ ਖੇਚਲ ਨਹੀਂ ਕੀਤੀ। ਪਰ ਜਿਹੜੇ ਮਹਾਂਪੁਰਖ ਨੇ ਆਪਣੇ ਆਪ ਨੂੰ ਸਟੇਜਾਂ ਦੇ ਉੱਪਰ, ਖੁਦ ਵੀ ਉਦੋਂ ਜਿਹੜੀ ਮੀਟਿੰਗ ਹੋਈ ਸੀ ਜਲੰਧਰ, ਉੱਥੇ ਵੀ ਇੱਕ ਦੂਸਰੇ ਨੂੰ ਮਹਾਂਪੁਰਖ, ਸੰਤ, ਬਾਬਾ ਜੀ, ਬਹੁਤ ਲਫ਼ਜ਼ ਇੱਕ ਦੂਸਰੇ ਨੂੰ ਦੇ ਰਹੇ ਸੀ। ਸੋ ਕੀ ਇਹਨਾਂ ਸੰਤਾਂ ਨੇ ਅੱਖਾਂ ਬੰਦ ਕਰ ਲਈਆਂ ਸੀ ਇਸ ਸਾਰੇ ਘਟਨਾਕ੍ਰਮ ਤੋਂ ਕਿ ਸਿੱਖ ਜਿਹੜੀ ਸੰਗਤ ਹੈ ਉਹ ਬੜੇ ਚਿਰ ਤੋਂ ਬਾਦਲ ਪਰਿਵਾਰ ਤੋਂ, ਜਾਂ ਉਹਨਾਂ ਦੀਆਂ ਜਿਹੜੀਆਂ ਪੰਥ ਵਿਰੋਧੀ ਕਾਰਵਾਈਆਂ ਨੇ ਉਹਨਾਂ ਤੋਂ ਦੁਖੀ ਹੈ? ਇਹਨਾਂ ਚੀਜ਼ਾਂ ਦੇ ਉੱਪਰ ਹੀ ਗੱਲ ਕਰਾਂਗੇ ਕਿ ਸੰਤਾਂ ਦਾ ਕਰੈਕਟਰ ਹੁੰਦਾ ਕੀ ਹੈ, ਜਾਂ ਸੰਤਾਂ ਨੇ ਜਿਹੜੀ ਸਪੋਰਟ ਕਰ ਦਿੱਤੀ ਹੈ ਬਾਦਲ ਪਰਿਵਾਰ ਨੂੰ, ਇਹਦੇ ਬਾਰੇ ਸਿੱਖ ਜਥੇਬੰਦੀਆਂ ਜਾਂ ਕੋਈ ਪੰਥਕ ਜਿਹੜੇ ਵਿਦਵਾਨ ਨੇ ਉਹ ਕੀ ਸੋਚਦੇ ਨੇ। ਸਾਡੇ ਨਾਲ ਗੱਲ ਕਰਨ ਲਈ ਭਾਈ ਰਜਿੰਦਰ ਸਿੰਘ ਜੀ ਹੈਗੇ ਨੇ, ਜੋ ਕਿ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਕਨਵੀਨਰ ਨੇ, ਔਰ ਬੜੇ ਲੰਬੇ ਸਮੇਂ ਤੋਂ ਜੱਦੋ-ਜਹਿਦ ਕਰਦੇ ਆ ਰਹੇ ਨੇ ਸਿੱਖੀ ਦੇ ਹਿੱਤਾਂ ਵਾਸਤੇ, ਪੰਥ ਦੀ ਚੜ੍ਹਦੀ ਕਲਾ ਵਾਸਤੇ। ਸੋ ਸਭ ਤੋਂ ਪਹਿਲਾਂ ਮੈਂ ਸਰਦਾਰ ਰਜਿੰਦਰ ਸਿੰਘ ਜੀ ਦਾ ਸਵਾਗਤ ਕਰਾਂਗਾ। ਸਰ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬ੍ਰੇਨ ਔਨ ਟੀਵੀ ਤੇ ਜੀ। ਮੇਰੀ ਆਵਾਜ਼ ਆ ਰਹੀ ਹੈ? ਬਹੁਤ ਧੰਨਵਾਦ ਜਸਪਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਇੱਕ ਵਿਸ਼ਾ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਸੰਤ ਸਮਾਜ ਨੇ। ਪਹਿਲੀ ਗੱਲ ਤਾਂ ਸੰਤਾਂ ਦਾ ਇੱਕ ਸਮਾਜ ਵੀ ਬਣ ਚੁੱਕਾ ਹੈ। ਵੀ ਸਿੱਖਾਂ ਦੇ ਵਿੱਚ ਬੜੀ ਹੈਰਾਨੀ ਦੀ ਗੱਲ ਹੈ, ਸੰਤ ਸਮਾਜ ਨੇ ਸ਼੍ਰੋਮਣੀ ਅਕਾਲੀ ਦਲ ਨੂੰ, ਬਾਦਲ ਪਰਿਵਾਰ ਨੂੰ ਸਪੋਰਟ ਕਰਨ ਦਾ ਐਲਾਨ ਕਰ ਦਿੱਤਾ। ਤਕਰੀਬਨ 250-300 ਸੰਤ ਉੱਥੇ ਇਕੱਠਾ ਹੋਇਆ ਸੀ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਸੰਤਾਂ ਨੇ ਸਹੀ ਕੀਤਾ ਜਾਂ ਗਲਤ ਕੀਤਾ? ਜਸਪਾਲ ਜੀ, ਪਹਿਲਾਂ ਤਾਂ ਮੈਂ ਜਿਹੜੀ ਤੁਸੀਂ ਭੂਮਿਕਾ ਦਿੱਤੀ ਹੈ ਨਾ ਜੀ, ਉਹਦੇ ਨਾਲ ਹੀ ਪੂਰਾ ਸੈਟੀਸਫਾਈਡ ਨਹੀਂ, ਸਹਿਮਤ ਨਹੀਂ। ਜੀ ਜੀ ਜੀ। ਕਿਉਂਕਿ ਜਿਸ ਵੇਲੇ ਅਸੀਂ ਗੁਰਬਾਣੀ ਪੜ੍ਹਦੇ ਹਾਂ ਨਾ, ਸਾਡਾ ਸਾਰਾ ਆਧਾਰ ਹੈ ਗੁਰਬਾਣੀ। ਜੀ ਜੀ ਜੀ। ਗੁਰਬਾਣੀ ਦੇ ਵਿੱਚ ਸੰਤ ਸ਼ਬਦ ਜਿਹੜਾ ਵਰਤਿਆ ਗਿਆ, ਜਿਸ ਵੇਲੇ ਸਿੰਗੂਲਰ ਆਉਂਦਾ ਤਾਂ ਸਿਰਫ ਗੁਰੂ ਵਾਸਤੇ ਵਰਤਿਆ ਗਿਆ। ਠੀਕ ਹੈ ਜੀ। ਹਰ ਕਾ ਜਨ ਸਤਿਗੁਰ ਸਤਪੁਰਖਾ, ਜੋ ਬੋਲੇ ਹਰ ਹਰ ਬਾਣੀ। ਜੀ। ਹਰ ਕਾ ਸੰਤ, ਅਕਾਲ ਪੁਰਖ ਦਾ ਸੰਤ ਕੌਣ ਹੈ? ਸਤਿਗੁਰ ਸਤਪੁਰਖਾ, ਸਤਿਗੁਰੂ ਅਕਾਲ ਪੁਰਖ ਦਾ ਸੰਤ ਹੈ। ਜੀ ਜੀ। ਔਰ ਜਿਹੜਾ ਉਹਦੀ ਉਹ ਦਿੱਤੀ ਹੋਈ ਬਾਣੀ ਜਿਹੜੀ ਹੈ ਉਹ ਸਾਨੂੰ ਦ੍ਰਿੜ ਕਰਾ ਰਿਹਾ, ਤੁਰਕੀ ਬਾਣੀ ਆਈ। ਇਹ ਤਾਂ ਜਿਹੜਾ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ, ਉਹਨਾਂ ਦੇ ਬਾਰੇ ਬਾਬਾ ਕਬੀਰ ਜੀ ਨੇ ਕਿਹਾ ਜੀ, ਗਲੀ ਜਿਨ੍ਹਾਂ ਜਬ ਮਾਲੀਆਂ ਲੋਟੇ ਹੱਥ ਨਿਬੱਗ, ਇਹ ਹਰ ਕੇ ਸੰਤ ਨਾ ਆਖੀ ਹੈ ਬਾ ਨਾਰਸ ਕੇ ਠੱਗ। ਜੀ। ਔਰ
ਤੁਸੀਂ ਇੱਕ ਵੇਖਿਆ ਹੋਣਾ ਹੈ, ਆਮ ਅਸੀਂ ਸਿਆਸਤ ਦੇ ਵਿੱਚ ਵੀ ਵੇਖਨੇ ਆ ਜੀ ਕਿ ਜਿਹੜੇ ਚੰਗੇ ਬੰਦੇ ਹੁੰਦੇ ਨੇ ਉਹਨਾਂ ਦੇ ਆਪਸ 'ਚ ਬੜੀ ਛੇਤੀ ਵਖਰੇਵੇਂ ਹੋ ਜਾਂਦੇ ਨੇ, ਹਾਂਜੀ ਹਾਂਜੀ ਕਿਉਂਕਿ ਉਹ ਇੱਕ ਸਿਧਾਂਤ ਦੇ ਉੱਤੇ ਖੜੇ ਹੁੰਦੇ ਨੇ, ਉਸ ਸਿਧਾਂਤ ਦਾ ਟਕਰਾਅ ਹੁੰਦਾ ਤਾਂ ਉੱਥੇ ਵਖਰੇਵੇਂ ਆ ਜਾਂਦੇ ਨੇ। ਜੀ ਲੇਕਿਨ ਜਿਹੜੇ ਚੋਰ ਠੱਗ ਹੁੰਦੇ ਨੇ ਨਾ, ਉਹ ਸਦਾ ਇਕੱਠੇ ਰਲ ਕੇ ਚੱਲਦੇ ਨੇ, ਜੀ ਕਿਉਂਕਿ ਉਹਨਾਂ ਨੇ ਚੋਰੀ ਦਾ ਠੱਗੀ ਦਾ ਮਾਲ ਜਿਹੜਾ ਰਲ ਕੇ ਹਜ਼ਮ ਕਰਨਾ ਹੁੰਦਾ, ਜੀ ਰਲ ਕੇ ਉਹਨੂੰ ਵੰਡਣਾ ਹੁੰਦਾ। ਇਹ ਬਿਲਕੁਲ ਉਹ ਜਿਹੜੇ ਬਾਬਾ ਕਬੀਰ ਜੀ ਦੀ ਗੱਲ ਹੈ, ਇਹਨਾਂ ਦੇ ਉੱਤੇ ਹਰ ਕੇ ਸੰਤ ਨਾ ਆਖੀਏ 12 ਕੇ ਠੱਗ, ਇਹ ਠੱਗੀ ਦਾ ਮਾਲ ਕਿਉਂਕਿ ਇਹਨਾਂ ਨੇ ਸਾਰਿਆਂ ਨੇ ਹਜ਼ਮ ਕਰਨਾ ਹੁੰਦਾ, ਇਸੇ ਕਰਕੇ ਹੀ ਇਹਨਾਂ ਨੂੰ ਸੰਤਾਂ ਦੀ ਜਿਹੜੀ ਉਹ ਬਣਾਉਣੀ ਪਈ ਸਭਾ। ਜੀ ਨਹੀਂ ਤੇ ਜੇ ਇਹ ਸੰਤ ਨੇ ਤੇ ਇਹਨਾਂ ਨੂੰ ਕੋਈ ਸਭਾ ਬਣਾਉਣ ਦੀ ਲੋੜ ਨਹੀਂ ਸੀ। ਜੀ 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 ਫਿਰ ਜਾਂ ਤੇ ਹੋਵੇ ਨਾ ਵੀ ਚਲੋ ਜੀ ਸਾਰੇ ਇੱਕ ਸਿਧਾਂਤ ਦੇ ਨੇ, ਇਹਨਾਂ ਜੀ ਦੇ ਆਪਸ ਦੇ ਵਿੱਚ ਕਈ ਤਰ੍ਹਾਂ ਦੇ ਵਖਰੇਵੇਂ ਨੇ, ਇਹਨਾਂ ਦੀਆਂ ਨਿਤਨੇਮ ਅਲੱਗ ਨੇ, ਇਹਨਾਂ ਦੀ ਵਿਚਾਰਧਾਰਾ ਅਲੱਗ ਨੇ, ਇਹਨਾਂ ਦੀ ਆਪਣੇ ਆਪਣੇ ਗੁਰੂ ਸਾਰੇ ਬਣ ਕੇ ਬੈਠੇ ਹੋਏ ਨੇ, ਆਪਣੇ ਜੀ ਆਪ ਨੂੰ ਗੁਰੂ ਤੋਂ ਘੱਟ ਨਹੀਂ ਸਮਝਦੇ, ਉਹਦੇ ਬਾਅਦ ਵੀ ਉਹ ਇਕੱਠੇ ਹੋ ਰਹੇ ਨੇ। ਤੇ ਇਕੱਠੇ ਹੋਣ ਦਾ ਕਾਰਨ ਇਹ ਹੈ, ਜੀ ਜਿਹੜੀ ਗੱਲ ਤੁਸੀਂ ਹੁਣ ਸਵਾਲ ਕੀਤਾ ਵੀ ਇਹਨਾਂ ਨੇ ਇਕੱਠੇ ਹੋ ਕੇ ਇਹ ਫੈਸਲਾ ਕੀਤਾ, ਕਿ ਮੈਂ ਇਸ ਗੱਲ ਤੋਂ ਹੈਰਾਨ ਆ ਕਿ ਫੈਸਲਾ ਕਰਨ ਦੀ ਲੋੜ ਕਿਉਂ ਪਈ। ਇਹ ਤਾਂ ਬੜੇ ਲੰਬੇ ਸਮੇਂ ਤੋਂ ਉਹਨਾਂ ਦੇ ਨਾਲ ਰਲ ਕੇ ਚੱਲ ਰਹੇ ਨੇ। ਜੀ 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 ਇੱਕ ਤੁਸੀਂ ਮਨੁੱਖੀ ਇਤਿਹਾਸ ਦੇ ਵਿੱਚ ਝਾਤੀ ਮਾਰੋ ਨਾ, ਤੇ ਪੁਜਾਰੀ ਤੇ ਰਾਜਾ ਇਹ ਸਾਰਾ ਰਲ ਕੇ ਚੱਲਦੇ ਨੇ, ਜੀ ਕਿਉਂਕਿ ਦੋਨਾਂ ਨੂੰ ਇੱਕ ਦੂਜੇ ਦੀ ਲੋੜ ਹੁੰਦੀ ਹੈ। ਜਿਹੜਾ ਸਮੇਂ ਦਾ ਰਾਜਾ ਹੁੰਦਾ ਉਹਨੂੰ ਡਰ ਹੀ ਹੁੰਦਾ ਕਿ ਜਿਹੜਾ ਪੁਜਾਰੀ ਹੈ ਉਹ ਮੇਰੇ ਖਿਲਾਫ ਲੋਕਾਂ ਨੂੰ ਭੜਕਾ ਦੇਗਾ, ਲੋਕੀ ਭਾਵੁਕ ਹੋ ਕੇ ਮੇਰੇ ਖਿਲਾਫ ਭੜਕ ਪੈਣਗੇ, ਉਹ ਉਹਨੂੰ ਚੋਗਾ ਪਾਈ ਜਾਂਦਾ ਤੇ ਉਹਨੂੰ ਪ੍ਰਸੰਨ ਰੱਖਦਾ। ਤੇ ਜਿਹੜਾ ਪੁਜਾਰੀ ਹੈ ਉਹਨੂੰ ਇਹ ਖਤਰਾ ਹੁੰਦਾ ਕਿ ਜੇ ਮੈਂ ਰਾਜੇ ਦੇ ਖਿਲਾਫ ਗਿਆ ਤੇ ਇਹ ਮੇਰੇ ਪਾ ਉਘੇੜ ਦੇਗਾ ਜੀ, ਜਾਂ ਇਹਦੇ ਕੋਲ ਤਾਕਤ ਹੈ, ਇਹ ਮੈਨੂੰ ਕੋਈ ਨੁਕਸਾਨ ਕਰ ਦੇਗਾ। ਇਹ ਸਦਾ ਹੀ ਇਹ ਰਲ ਕੇ ਚੱਲਦੇ ਰਹੇ ਨੇ ਜੀ। ਇਹ ਸੰਤ ਸਮਾਜ ਜਿਹਨੂੰ ਤੁਸੀਂ ਕਹਿ ਰਹੇ ਹੋ, ਇਹ ਤੇ ਬੜੇ ਲੰਬੇ ਸਮੇਂ ਤੋਂ ਬਾਦਲਾਂ ਦਾ ਗੁਲਾਮ ਬਣਿਆ ਹੋਇਆ ਜੀ। ਉਹਨਾਂ ਕੋਲ ਡਾਇਰੈਕਟਿਵਸ ਲੈ ਕੇ ਚੱਲਦਾ। ਇਹਨਾਂ ਦੇ ਆਪਣੇ ਆਪਣੇ ਸਵਾਰਥ ਨੇ ਅਲੱਗ-ਅਲੱਗ ਕਿਸਮ ਦੇ। ਬਾਦਲ ਦਲ ਦਾ ਸਵਾਰਥ ਹੈ ਕਿ ਉਹਨਾਂ ਨੂੰ ਸਿਰਫ ਸਿਆਸੀ ਗੱਦੀ ਚਾਹੀਦੀ ਹੈ ਜੀ। ਉਹਨਾਂ ਦਾ ਇਸ ਤੋਂ ਸਿਵਾ ਹੋਰ ਕੋਈ ਸਵਾਰਥ ਨਹੀਂ। ਉਸ ਗੱਦੀ ਦੇ ਰਾਹੀਂ ਉਹ ਕੀ ਕੁਝ ਹਾਸਲ ਕਰਦੇ ਨੇ, ਆਪਣੇ ਪਰਿਵਾਰ ਵਾਸਤੇ ਧਨ ਦੌਲਤ ਇਕੱਠੀ ਕਰਦੇ ਨੇ, ਆਪਣੀ ਕੁਨਬਾ ਪ੍ਰਸਤੀ ਕਰਦੇ ਨੇ, ਆਪਣੇ ਕਾਰੋਬਾਰ ਜਿਹੜੇ ਨੇ ਉਹ ਵਧਾਉਂਦੇ ਨੇ, ਆਪਣੀ ਦੌਲਤ ਵਧਾਉਂਦੇ ਨੇ, ਉਹ ਅਲੱਗ ਗੱਲ ਹੈ। ਲੇਕਿਨ ਉਹਨਾਂ ਦਾ ਅਸਲੀ ਮਕਸਦ ਜਿਹੜਾ ਹੈ ਉਹ ਸਿਰਫ ਗੱਦੀ ਹਾਸਲ ਕਰਨਾ ਹੈ। ਉਹਨਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਪੰਜਾਬ ਕਿੱਥੇ ਪਹੁੰਚ ਗਿਆ, ਪੰਜਾਬ ਦਾ ਕਿੰਨਾ ਨੁਕਸਾਨ ਹੋ ਰਿਹਾ। ਇੱਥੇ ਜਿਹੜੀ ਕੌਮ ਦੀ ਉਹ ਅਗਵਾਈ ਕਰਨ ਦਾ ਦਾਅਵਾ ਕਰਦੇ ਨੇ ਕਿ ਉਹ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਨੇ, ਉਹ ਸਿੱਖ ਕੌਮ ਦੀ ਕੀ ਹਾਲਤ ਹੋ ਗਈ ਹੈ, ਇਸ ਗੱਲ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂ। ਉਹਨਾਂ ਨੂੰ ਰਾਜ ਸੱਤਾ ਚਾਹੀਦੀ ਹੈ। ਤੇ ਜਿਹੜੇ ਇਹ ਸੋ ਕਾਲਡ ਸੰਤ ਸਮਾਜ ਨੇ, ਇਹ ਸਿੱਖੀ ਤੇ ਕਬਜ਼ ਹੋਣਾ ਚਾਹੁੰਦੇ ਨੇ। ਇਹ ਸਿੱਖੀ ਦੇ ਵਿੱਚ ਆਪਣੀਆਂ ਬ੍ਰਾਹਮਣਵਾਦੀ ਮਾਨਤਾਵਾਂ ਜਿਹੜੀਆਂ ਨੇ ਉਹਨਾਂ ਨੂੰ ਲਿਆਉਣਾ ਚਾਹੁੰਦੇ ਨੇ। ਇਹ ਸਿੱਖੀ ਤੇ ਕਬਜ਼ ਹੋ ਕੇ ਲੋਕਾਂ ਕੋਲੋਂ ਆਪਣੀ ਪੂਜਾ ਕਰਾਉਣਾ ਚਾਹੁੰਦੇ ਨੇ, ਇਹ ਆਪਣੀਆਂ ਹੱਟੀਆਂ ਚਲਾਉਣਾ ਚਾਹੁੰਦੇ ਨੇ ਜੀ। ਇਸ ਕਰਕੇ ਇਹਨਾਂ ਦੇ ਸਾਂਝੇ ਇੰਟਰਸਟ ਨੇ। ਉਹ ਸਾਂਝੇ ਇੰਟਰਸਟਾਂ ਦੀ ਕਰਕੇ ਬਹੁਤ ਲੰਬੇ ਸਮੇਂ ਤੋਂ ਇਕੱਠੇ ਚੱਲ ਰਹੇ ਨੇ। ਠੀਕ ਹੈ ਜੀ। ਇਹਨਾਂ ਦਾ ਮੁਖੀ ਬਣਿਆ ਹੋਇਆ ਹਰਨਾਮ ਸਿੰਘ ਧੂਮਾ ਜੀ। ਉਹ ਤੇ ਜਦੋਂ ਆਇਆ, ਉਹ ਜਿਸ ਵੇਲੇ ਇਹਨਾਂ ਦੀ ਗੱਦੀ ਨਿਸ਼ੀਨੀ ਹੋਈ ਸੀ, ਜੀ ਜੀ ਜੀ। ਉਸ ਵੇਲੇ ਬਾਦਲ ਇਹਦੇ ਵਿਰੋਧ ਦੇ ਵਿੱਚ ਸਨ। ਅੱਛਾ ਜੀ। ਉਸ ਵੇਲੇ ਬਾਦਲਾਂ ਨੇ ਜਿਹੜੀ ਹੈ ਇਹਨੂੰ ਮਾਨਤਾ ਨਹੀਂ ਸੀ ਦਿੱਤੀ ਜੀ। ਲੇਕਿਨ ਹੌਲੀ ਹੌਲੀ ਇਹਨੇ ਉਹਨਾਂ ਨਾਲ ਸੰਪਰਕ ਬਣਾ ਕੇ ਉਹਨਾਂ ਨੇ ਨੇੜਤਾ ਪੈਦਾ ਕਰ ਲਈ। ਇੱਕ ਪਾਸੇ ਤੇ ਧੂਮਾ ਆਪਣੇ ਵੱਲੋਂ ਦਾਅਵਾ ਕਰਦਾ ਕਿ ਟਕਸਾਲ ਜਿਹੜੀ ਹੈ ਉਹ ਕੌਮ ਦੀ ਲੜਾਈ ਲੜਦੀ ਰਹੀ ਹੈ। ਜੀ ਜੀ ਜੀ। ਭਾਈ ਜਰਨੈਲ ਸਿੰਘ ਖਾਲਸਾ ਹੋਰਿਆਂ ਦੇ ਇਹ ਬੜੇ ਵੱਡੇ ਪੈਰੋਕਾਰ ਬਣੇ ਹੋਏ ਨੇ ਤੇ ਉਹਨਾਂ ਦੀ ਗੱਲ ਕਰਦੇ ਨੇ। ਜੀ। ਜੇ ਹੁਣ ਸੱਚਾਈ ਵੇਖੀ ਜਾਏ ਤੇ ਅਗਰ ਕੋਈ ਸਭ ਤੋਂ ਵੱਡਾ ਵਿਰੋਧੀ ਸੀ ਭਾਈ ਜਰਨੈਲ ਸਿੰਘ ਹੋਰਾਂ ਦਾ, ਇਹ ਬਾਦਲ ਕੇ ਸਨ ਜੀ। ਇਹ ਅਕਾਲੀ ਦਲ ਸੀ। ਇੱਥੋਂ ਤੱਕ ਲੋਕਾਂ ਦਾ ਅੱਜ ਤੱਕ ਵਿਸ਼ਵਾਸ ਹੈ ਕਿ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਕਰਾਇਆ ਗਿਆ, ਜਿਹਦੇ ਵਿੱਚ ਭਾਈ ਜਰਨੈਲ ਸਿੰਘ ਨੂੰ ਸ਼ਹੀਦ ਕੀਤਾ ਗਿਆ, ਇਹਨਾਂ ਦਾ ਜਿਹੜਾ ਮਕਸਦ ਹੀ ਸੀ ਕਿ ਭਾਈ ਜਰਨੈਲ ਸਿੰਘ ਨੂੰ ਸ਼ਹੀਦ ਕਰਾਉਣਾ, ਇਹ ਉਹਦੇ ਕਰਕੇ ਸੋਚਦੇ ਸਨ ਵੀ ਸਾਡੀ ਰਾਜ ਸੱਤਾ ਜਿਹੜੀ ਹੈ
ਉੱਥੇ ਸਾਡੀ ਪਕੜ ਜਿਹੜੀ ਹੈ ਉਹ ਕਮਜ਼ੋਰ ਪੈ ਰਹੀ ਹੈ। ਠੀਕ ਹੈ ਜੀ। ਉਹ ਹਮਲਾ ਵੀ ਇਹਨਾਂ ਨੇ ਕਰਾਇਆ, ਐਸਾ ਲੋਕਾਂ ਦਾ ਖਿਆਲ ਹੈ। ਜੀ ਲੇਕਿਨ ਅੱਜ ਇਹ ਆਪਸ ਦੇ ਵਿੱਚ ਨਿੱਜੀ ਸਵਾਰਥਾਂ ਕਰਕੇ ਜਿਹੜੇ ਨੇ ਘਿਓ ਖਿਚੜੀ ਹੋਏ ਨੇ। ਧੂਮੇ ਉਹਨਾਂ ਨੂੰ ਇਹ ਇੰਟਰਸਟ ਹੈ ਕਿ ਉਹਨਾਂ ਨੂੰ ਦਰਬਾਰ ਸਾਹਿਬ ਦੀ ਤੇ ਹੋਰ ਸਟੇਜਾਂ ਮਿਲੀਆਂ ਹੋਈਆਂ ਨੇ, ਉਹ ਆਪਣੀ ਜਥੇਬੰਦੀ ਦਾ ਪ੍ਰਚਾਰ ਕਰ ਸਕਦੇ ਨੇ, ਆਪਣੀਆਂ ਦੁਕਾਨਾਂ ਜ਼ੋਰ ਨਾਲ ਚਲਾ ਸਕਦੇ ਨੇ, ਔਰ ਉਹ ਸਾਰੇ ਪਾਪ ਕਰਮ ਕਰਕੇ ਸੁਰੱਖਿਅਤ ਨੇ ਜੇ ਬਾਦਲ ਦਾ ਰਾਜ ਹੋਵੇ ਤਾਂ। ਉਹਨਾਂ ਦਾ ਇੱਕ ਬਹੁਤ ਵੱਡਾ ਇਹਨਾਂ ਸਾਰਿਆਂ ਦਾ ਇੰਟਰਸਟ ਹੈ ਕਿ ਅਗਰ ਬਾਦਲ ਦਾ ਰਾਜ ਆ ਜਾਏ ਤੇ ਇਹ ਸੇਫ ਨੇ, ਸਿਕਿਉਰਡ ਨੇ ਜੀ। ਹੁਣ ਇੱਕ ਪਾਸੇ ਆ ਗੱਲ ਬੜੀ ਧਿਆਨ ਦੇਣ ਵਾਲੀ ਹੈ ਕਿ ਇਹ ਸੰਤ ਸਮਾਜ ਜਿਹੜਾ ਹੈ ਇਹ ਰਾਮ ਰਹੀਮ ਦੇ ਖਿਲਾਫ ਬੋਲਦਾ ਹੈ ਜੀ। ਧੂਮੇ ਹੋਰੀ ਰਾਮ ਰਹੀਮ ਦੇ ਖਿਲਾਫ ਬੋਲਦੇ ਨੇ। ਹਾਂਜੀ। ਤੇ ਹੁਣ ਜਿਸਲੇ ਰਾਮ ਰਹੀਮ ਨੂੰ ਬੇਲ ਤੇ ਛੱਡ ਦਿੱਤਾ ਗਿਆ, ਫਰਲੋ ਦੇ ਦਿੱਤੀ ਗਈ 21 ਦਿਨ ਦੀ, ਐਨ ਇਲੈਕਸ਼ਨ ਦੇ ਟਾਈਮ ਦੇ ਉੱਤੇ, ਤੇ ਇਹਨਾਂ ਦੇ ਲੀਡਰ ਉਹਦੀਆਂ ਫੋਟੋ ਛਾਪ ਰਹੇ ਨੇ, ਉਹਦੀ ਫਰਲੋ ਦਾ ਸਵਾਗਤ ਕਰ ਰਹੇ ਨੇ ਜੀ। ਕਿਹੜੀ ਗੱਲ ਜਿੱਥੇ ਤੁਸੀਂ ਕਹੋਗੇ ਵੀ ਇਹਨਾਂ ਦਾ ਸੁਮੇਲ ਹੈ, ਕੋਈ ਕਿ ਸਿਧਾਂਤ ਹੈ, ਕੋਈ ਸਿਸਟਮ ਹੈ, ਉਹਦੀ ਫੇਵਰ ਚਾਹੁੰਦੇ ਨੇ ਕਿ ਇਹਦੀ ਫੇਵਰ ਚਾਹੁੰਦੇ ਨੇ ਜੀ। ਅਸਲ ਦੇ ਵਿੱਚ ਅੱਜ ਬਾਦਲ ਦਲ ਜਿਹੜਾ ਬੁਖਲਾਇਆ ਹੋਇਆ ਜੀ ਜੀ ਜੀ, ਉਹ ਪੂਰੀ ਤਰ੍ਹਾਂ ਇਸ ਵੇਲੇ ਇਹ ਸਮਝ ਚੁੱਕਾ ਹੈ ਕਿ ਸਾਡਾ ਪੰਜਾਬ ਦੇ ਵਿੱਚ ਭਵਿੱਖ ਜਿਹੜਾ ਖਤਮ ਹੋ ਗਿਆ। ਉਹ ਕਿਸੇ ਨਾ ਕਿਸੇ ਤਰ੍ਹਾਂ ਇੱਥੇ ਮੁੜ ਕੇ ਆਪਣਾ ਆਧਾਰ ਬਣਾਉਣਾ ਚਾਹੁੰਦੇ ਨੇ। ਉਹ ਸੋਚਦੇ ਨੇ ਕਿ ਇਹਨੂੰ ਸੰਤ ਸਮਾਜ ਨੂੰ ਵਰਤ ਕੇ ਸ਼ਾਇਦ ਅਸੀਂ ਸਿੱਖਾਂ ਦੇ ਵਿੱਚ ਮੁੜ ਕੇ ਕੋਈ ਆਪਣਾ ਆਧਾਰ ਬਣਾ ਲਈਏ ਜੀ। ਕਿਉਂਕਿ ਉਹਨਾਂ ਨੂੰ ਜਿਹੜੀ ਸਭ ਤੋਂ ਵੱਡੀ ਚੋਟ ਲੱਗੀ ਹੈ ਉਹ ਸਿੱਖਾਂ ਤੋਂ ਲੱਗੀ ਹੈ, ਕਿਉਂਕਿ ਸਿੱਖਾਂ ਨੇ ਪਛਾਣ ਲਿਆ ਕਿ ਸਾਡਾ ਅਸਲੀ ਦੁਸ਼ਮਣ ਇਹ ਹੈ। ਤੇ ਕੌਮ ਨੂੰ ਇਸ ਗੱਲ ਦਾ ਚਾਨਣ ਹੋ ਗਿਆ ਕਿ ਅੱਜ ਪੰਜਾਬ ਦੇ ਵਿੱਚ ਜੋ ਸਿੱਖੀ ਦੀ ਬਰਬਾਦੀ ਹੋਈ ਹੈ ਉਹਦਾ ਕਾਰਨ ਪ੍ਰਕਾਸ਼ ਸਿੰਘ ਬਾਦਲ ਤੇ ਉਹਦਾ ਪਰਿਵਾਰ ਹੈ। ਅੱਜ ਕਿਸਾਨਾਂ ਦੇ ਜੋ ਸਮੱਸਿਆਵਾਂ ਖੜੀਆਂ ਹੋਈਆਂ ਨੇ, ਆ ਹੁਣ ਤੁਸੀਂ ਦੇਖੋ ਕਿੱਡਾ ਤਮਾਸ਼ਾ ਕੀਤਾ ਗਿਆ ਕਿ ਜਿਸ ਵੇਲੇ ਉਹ 3 ਕਾਨੂੰਨ ਬਣਾਏ ਗਏ, ਉਸ ਵੇਲੇ ਤਾਂ ਬੀਬੀ ਹਰਸਿਮਰਤ ਕੌਰ ਬਾਦਲ ਵਿੱਚ ਸੀ ਜੀ। ਉਹਨਾਂ ਕਾਲੇ ਕਾਨੂੰਨਾਂ ਦੇ ਬਣਨ ਤੋਂ ਬਾਅਦ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਆਪ ਉਹਦੀ ਪੈਰੋਕਾਰੀ ਕਰਦੇ ਰਹੇ, ਉਹਦੇ ਹੱਕ 'ਚ ਬੋਲਦੇ ਰਹੇ ਉਹਨਾਂ ਕਾਲੇ ਕਾਨੂੰਨਾਂ ਦੇ। ਤੇ ਬਾਅਦ ਦੇ ਵਿੱਚ ਇਹਨਾਂ ਜਿਸ ਵੇਲੇ ਵੇਖਿਆ ਵੀ ਸਾਰੀ ਫਿਜ਼ਾ ਹੀ ਸਾਡੇ ਖਿਲਾਫ ਹੋ ਗਈ ਹੈ, ਸਾਡਾ ਆਧਾਰ ਤੇ ਪੰਜਾਬ ਹੈ ਔਰ ਪੰਜਾਬ ਦੇ ਵਿੱਚ ਕਿਸਾਨੀ ਆਧਾਰ ਹੈ, ਜੇ ਕਿਸਾਨੀ ਸਾਡੇ ਤੋਂ ਟੁੱਟ ਗਈ ਸਾਡੇ ਕੁਝ ਨਹੀਂ ਰਹਿਣਾ। ਫਿਰ ਇਹ ਪਾਸਲਾ ਪਲਟ ਕੇ ਆ ਗਏ, ਉਧਰੋਂ ਛੱਡ ਕੇ ਰਿਜ਼ਾਈਨ ਕਰਕੇ ਆ ਗਏ। ਇਹਨਾਂ ਸੋਚਿਆ ਵੀ ਸਾਡੇ ਰਿਜ਼ਾਈਨ ਕਰਨ ਨਾਲ, ਝੂਠ ਬੋਲਣ ਦੇ ਨਾਲ ਜਿਹੜਾ ਸ਼ਾਇਦ ਅਸੀਂ ਦੁਬਾਰਾ ਲੋਕਾਂ ਦੀ ਹਮਦਰਦੀ ਪਾ ਸਕੀਏ, ਪੰਜਾਬ ਦੇ ਕਿਸਾਨਾਂ ਦੀ ਹਮਦਰਦੀ ਪਾ ਸਕੀਏ। ਲੇਕਿਨ ਜਿਹੜਾ ਸੱਚਾਈ ਹੈ ਸਾਰਿਆਂ ਨੂੰ ਪਤਾ, ਇਸ ਪੜ੍ਹਿਆ ਲਿਖਿਆ ਯੁੱਗ ਹੈ, ਸਮਝਦਾਰ ਯੁੱਗ ਹੈ। ਪਹਿਲੇ ਨਾਲੋਂ ਮੀਡੀਆ ਬੜਾ ਸਟਰੋਂਗ ਹੈ, ਹਰ ਇੱਕ ਤੱਕ ਹਰ ਗੱਲ ਪਹੁੰਚਦੀ ਹੈ, ਖਬਰ ਪਹੁੰਚਦੀ ਹੈ। ਸਾਰਿਆਂ ਨੂੰ ਪਤਾ ਹੀ ਸੀ ਕਿ ਕੀ ਕਰਮ ਕਰਕੇ ਆਏ ਨੇ ਉੱਥੇ। ਪਹਿਲਾਂ ਉਹਨਾਂ ਦੇ ਨਾਲ ਰਲ ਕੇ ਜਿਹੜਾ ਇਹ ਪੰਜਾਬ ਦਾ ਤੇ ਕਿਸਾਨੀ ਦਾ ਬੇੜਾ ਗਰਕ ਕਰਦੇ ਰਹੇ ਨੇ, ਤੇ ਹੁਣ ਸਾਡੇ ਹਮਦਰਦ ਬਣ ਕੇ ਆ ਗਏ ਨੇ। ਉਹਨਾਂ ਜਿਸ ਵੇਲੇ ਵੇਖਿਆ ਕਿ ਸਾਡਾ ਆਧਾਰ ਪੂਰਾ ਗਵਾਚ ਚੁੱਕਾ ਹੈ, ਉਹ ਸਿੱਖੀ ਦੇ ਵਿੱਚ ਕੁਝ ਨਾ ਕੁਝ ਆਧਾਰ ਪ੍ਰਾਪਤ ਕਰਨਾ ਚਾਹੁੰਦੇ ਨੇ ਜੀ ਜੀ ਜੀ। ਇੱਕ ਤੇ ਉਹ ਨੇ ਜਿਹੜੇ ਕਮਿਟਡ ਅਕਾਲੀ ਨੇ, ਜਿਹੜੇ ਕਿ ਇਸ ਭੁਲੇਖੇ ਦੇ ਵਿੱਚ ਸ਼ੁਰੂ ਤੋਂ ਲੱਗੇ ਹੋਏ ਨੇ ਕਿ ਇਹ ਪੰਥ ਹੈ ਪੰਥ ਹੈ, ਤੋਂ ਅੱਜ ਵੀ ਉਸੇ ਭੁਲੇਖੇ ਦੇ ਵਿੱਚ ਉਹਦੇ ਨਾਲ ਜੁੜੇ ਰਹਿਣਾ ਚਾਹੁੰਦੇ ਨੇ। ਜਾਂ ਉਹਨਾਂ ਦਾ ਆਪਣਾ ਵਰਕਿੰਗ ਕੈਡਰ ਹੈ ਬੜੇ ਲੰਬੇ ਸਮੇਂ ਤੋਂ ਬਣਿਆ ਹੋਇਆ, ਉਹ ਤੇ ਠੀਕ ਹੈ, ਉਹਨਾਂ ਨਾਲ ਕੁਝ ਹੱਦ ਤੱਕ ਇੰਟੈਕਟ ਹੋ ਸਕਦਾ ਹੈ। ਹਾਲਾਂਕਿ ਉਹਦੇ ਵਿੱਚੋਂ ਵੀ ਬਹੁਤੇ ਛੱਡ ਚੁੱਕੇ ਨੇ, ਲੇਕਿਨ ਕੁਝ ਹੱਦ ਤੱਕ ਜਿਹੜਾ ਇੰਟੈਕਟ ਹੋ ਸਕਦਾ ਹੈ। ਲੇਕਿਨ ਆਮ ਸਿੱਖ ਜਿਹੜਾ ਨਿਰਣਾ ਕਰਦਾ ਹੈ ਇਲੈਕਸ਼ਨ ਦੇ ਵਿੱਚ, ਚੋਣਾਂ ਦੇ ਵਿੱਚ ਵੀ ਸਰਕਾਰ ਕਿਹਦੀ ਬਣੇਗੀ, ਉਹ ਟੋਟਲੀ ਇਹਨਾਂ ਨਾਲ ਟੁੱਟ ਚੁੱਕਾ ਹੈ। ਇਹ ਇਸ ਸੰਤ ਸਮਾਜ ਦੇ ਰਾਹੀਂ ਉਹਨਾਂ ਕੋਲੋਂ ਇਹ ਬਿਆਨ ਦਵਾ ਕੇ ਜਿਸ ਨਾਲ ਇਹ ਪ੍ਰਭਾਵ ਹੋਵੇ ਕਿ ਉਹ ਅਜੇ ਵੀ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ, ਉਹਨਾਂ ਨੂੰ ਸਿੱਖੀ ਦਾ ਕੋਈ ਦਰਦ ਹੈ ਜਾਂ ਸਿੱਖਾਂ ਦੇ ਬਾਰੇ ਕੋਈ ਸੋਚਦੇ ਨੇ, ਉਹਨਾਂ ਕੋਲੋਂ ਇਹ ਬਿਆਨਬਾਜ਼ੀ ਦਵਾ ਕੇ ਇਹ ਆਪਣਾ ਗੁਆਚਿਆ ਹੋਇਆ ਆਧਾਰ ਮੁੜ ਕੇ ਪਾਉਣਾ ਚਾਹੁੰਦੇ ਨੇ, ਮੁੜ ਕੇ ਪ੍ਰਾਪਤ ਕਰਨਾ ਚਾਹੁੰਦੇ ਨੇ, ਜਿਹੜਾ ਮੈਨੂੰ ਨਹੀਂ ਲੱਗਦਾ ਕਿ ਪੋਸੀਬਲ ਹੈ। ਇਹਨਾਂ ਦੇ ਮੇਲ ਦਾ ਕਾਰਨ ਮੇਨਲੀ ਇਹ ਹੈ ਕਿ ਦੋਨਾਂ ਦੀ ਦੁਕਾਨਦਾਰੀ ਇੱਕ ਦੂਜੇ ਉੱਤੇ ਨਿਰਭਰ ਹੈ। ਸਰ ਇੱਕ ਸਵਾਲ ਇਹ ਵੀ ਆ ਕਿ ਜਿਵੇਂ ਬਹੁਤ ਲੋਕਾਂ ਦੀ ਸ਼ਰਧਾ ਹੈਗੀ ਆ ਸੰਤਾਂ ਦੇ ਉੱਪਰ, ਲੋਕਾਂ ਦੇ ਅਲੱਗ-ਅਲੱਗ ਤਰੀਕੇ ਦੀਆਂ ਅਫਵਾਹਾਂ ਜਾਂ ਕਹਿ ਲਓ ਵੀ ਕਈਆਂ ਦੇ ਨਾਲ ਕੋਈ ਚਮਤਕਾਰ ਜਿਵੇਂ ਕਹਿੰਦੇ ਕਿ ਵਾਪਰ ਜਾਂਦਾ, ਕਿਸੇ ਨੂੰ ਮੁੰਡਾ ਦੇਤਾ, ਕਿਸੇ ਨੂੰ ਬਾਹਰ ਜਾਣ ਦਾ ਕੋਈ ਵਰ ਦੇਤਾ, 100 ਤਰੀਕੇ ਦੀਆਂ ਗੱਲਾਂ ਸਮਾਜ ਦੇ ਵਿੱਚ ਪਸਰੀਆਂ ਨੇ। ਤਾਂ
ਇਹਦੇ ਬਾਵਜੂਦ ਵੀ ਜਿਹੜੀ ਸਿੱਖਾਂ ਦੀ ਹਾਲਤ ਇਹ ਹੈ ਕਿ ਉਹਨਾਂ ਨੂੰ ਬਗਾਨੀਆਂ ਮੋਢਿਆਂ ਦੇ ਉੱਪਰ ਬਗਾਨੇ ਮੋਢਿਆਂ ਦਾ ਸਹਾਰਾ ਲੈ ਕੇ ਜ਼ਿੰਦਗੀ ਕੱਟਣੀ ਪੈ ਰਹੀ। ਮੇਰੇ ਬਗਾਨੇ ਮੋਢਿਆਂ ਤੋਂ ਮੇਰਾ ਮਤਲਬ ਇਹ ਹੈ ਕਿ ਰਾਜਨੀਤੀ ਦੇ ਵਿੱਚ ਸਿੱਖਾਂ ਦੀ ਆਪਣੀ ਕੋਈ ਜਿਹੜੀ ਠੋਸ ਜਥੇਬੰਦੀ, ਰਾਜਨੀਤਿਕ ਜਥੇਬੰਦੀ ਨਹੀਂ ਰਹੀ, ਔਰ ਨਾ ਹੀ ਕੋਈ ਸਿੱਖਾਂ ਦੇ ਵਿੱਚ ਏਕਾ ਰਹਿ ਗਿਆ। ਜਿਹੜੇ ਸੰਤ ਇੰਨੇ ਵਾਰ ਜਾਂ ਸਰਾਪ ਦਿੰਦੇ ਨੇ, ਲੋਕਾਂ ਨੂੰ ਬੜੀਆਂ ਦੁਆਵਾਂ ਦੇ ਕੇ ਕਿਸੇ ਨੂੰ ਮੁੰਡਾ ਦੇਤਾ ਜਾਂ ਕੁਝ ਵੀ ਮਨੋਕਾਮਨਾਵਾਂ ਜਿਹੜੀਆਂ ਪੂਰੀਆਂ ਕਰਦੇ ਨੇ, ਤਾਂ ਇੰਨੇ ਸੰਤਾਂ ਦਾ ਜਿਹੜਾ ਝੁੰਡ ਹੈ ਕਿ ਉਹ ਸਿੱਖਾਂ ਦੇ ਵਾਸਤੇ ਕੋਈ ਜਥੇਬੰਦੀ ਜਾਂ ਕੋਈ ਠੋਸ ਪਲੈਨਿੰਗ ਕਰਨ ਦੇ ਕਾਬਿਲ ਹੈ ਨਹੀਂ, ਜਾਂ ਇਹ ਕਰਨਾ ਨਹੀਂ ਚਾਹੁੰਦੇ, ਜਾਂ ਇਹ ਜਿਹੜੇ ਨਕਲੀ ਲੋਕ ਨੇ ਜਿਹੜੇ ਸਿੱਖਾਂ ਦੇ ਮੋਢਿਆਂ ਦੇ ਉੱਪਰ ਚੜ ਕੇ ਐਸ਼ਪ੍ਰਸਤੀ ਕਰ ਰਹੇ ਨੇ। ਦੇਖੋ ਜਸਪਾਲ ਸਿੰਘ ਜੀ, ਮੈਂ ਪਹਿਲਾਂ ਤਾਂ ਜਿਹੜਾ ਤੁਸੀਂ ਇਹ ਗੱਲ ਕਿਹਾ ਨਾ ਕਿ ਇਹ ਲੋਕਾਂ ਨੂੰ ਪੁੱਤਰ ਦਿੰਦੇ ਨੇ ਤੇ ਆਹ ਦਿੰਦੇ ਨੇ, ਉਸ ਭਰਮ ਨੂੰ ਕੱਢਦੇ ਆ ਜੀ। ਪੁੱਤਰ ਦੇਣ ਵਾਲਾ, ਦਾਤਾ ਦੇਣ ਵਾਲਾ ਇੱਕ ਅਕਾਲ ਪੁਰਖ ਹੈ। ਇਹ ਫੈਸਲਾ ਗੁਰੂ ਦਾ ਹੈ। ਸਤਿਗੁਰੂ ਨੇ ਇੱਥੋਂ ਕਹਿਤਾ, ਜਿਨ ਦੇਣ ਦਵਾਈ ਸੇ ਮਰਨ, ਦੇਂਦੇ ਵੀ ਮਰ ਜਾਹੇ। ਜਿਨ੍ਹਾਂ ਨੂੰ ਦੇ ਵਾਸਤੇ ਅਰਦਾਸਾਂ ਕਰਦੇ ਨੇ ਵੀ ਇਹਦਾ ਕੰਮ ਹੋ ਜਾਏ, ਇਹਦੇ ਪੁੱਤਰ ਮਿਲ ਜਾਏ, ਉਹ ਹੋ ਜਾਏ, ਉਹ ਵੀ ਮਰ ਜਾਂਦੇ ਨੇ, ਤੇ ਇਹ ਦੁਆਵਾਂ ਦੇਣ ਵਾਲੇ ਵੀ ਮਰ ਜਾਂਦੇ ਨੇ। ਜੀ ਜੀ ਜੀ। ਸਿੱਖੀ ਦੇ ਵਿੱਚ ਐਸਾ ਵਰ ਸਰਾਪ ਦਾ ਕੋਈ ਸਿਸਟਮ ਨਹੀਂ ਹੈ ਜੀ। ਇਹ ਇੱਕ ਭਰਮ ਜਾਲ ਹੈ ਜਿਹੜਾ ਇਹਨਾਂ ਲੋਕਾਂ ਦਾ ਹੀ ਫੈਲਾਇਆ ਹੋਇਆ। ਠੀਕ ਹੈ। ਹੁਣ ਅਸਲ ਦੇ ਵਿੱਚ ਹੁੰਦਾ ਕੀ ਹੈ, ਮੰਨ ਲਓ 10 ਬੰਦੇ ਆਏ ਜਿਨ੍ਹਾਂ ਦੇ ਸੰਤਾਨ ਹੋਣ ਵਾਲੀ ਹੈ ਜੀ। ਉਹਨਾਂ ਨੇ ਆ ਕੇ ਕਿਹਾ ਕਿ ਬਾਬਾ ਜੀ ਸਾਡੇ ਪੁੱਤਰ ਹੋ ਜਾਏ ਜੀ। ਬਾਬਾ ਜੀ ਨੇ 10 ਨੂੰ ਕਹਿਤਾ ਵੀ ਪੁੱਤਰ ਹੋ ਜਾਣਗੇ। ਹੁਣ ਕੁਦਰਤ ਦਾ ਅਟਲ ਨੇਮ ਹੈ, ਜਦੋਂ ਦੀ ਸ੍ਰਿਸ਼ਟੀ ਬਣੀ ਹੈ ਜੀ, ਅਕਾਲ ਪੁਰਖ ਨੇ ਇੱਕ ਬੈਲੈਂਸ ਬਣਾ ਕੇ ਰੱਖਿਆ ਹੋਇਆ, ਜਿੰਨੇ ਕੁ ਮੁੰਡੇ ਜੰਮਦੇ ਨੇ ਉਨੀਆਂ ਤੋਂ ਕੁੜੀਆਂ ਜੰਮਦੀਆਂ ਨੇ। ਜੀ ਜੀ। ਇਹ ਬੈਲੈਂਸ ਉਦੋਂ ਖਰਾਬ ਹੁੰਦਾ ਹੈ ਜਦੋਂ ਅਸੀਂ ਕੋਈ ਗੈਰ ਕੁਦਰਤੀ ਕੰਮ ਕਰਦੇ ਹਾਂ, ਜਿਵੇਂ ਧੀਆਂ ਮਾਰਨੀਆਂ ਸ਼ੁਰੂ ਕਰ ਦੇਣੀਆਂ, ਜੰਮਦੀਆਂ ਮਾਰਨੀਆਂ ਸ਼ੁਰੂ ਕਰ ਦੇਣੀਆਂ, ਜਾਂ ਗਰਭ ਦੇ ਵਿੱਚ ਹੀ ਟੈਸਟ ਕਰਾ ਕੇ ਪ੍ਰੈਗਨੈਂਸੀ ਟਰਮੀਨੇਟ ਕਰਾ ਦੇਣੀ, ਉਦੋਂ ਹੀ ਬੈਲੈਂਸ ਵਿਗੜਦਾ ਹੈ। ਅਦਰਵਾਈਜ਼ ਮੇਰੇ ਅਕਾਲ ਪੁਰਖ ਨੇ ਜਿਹੜਾ ਕੁਦਰਤ ਦੇ ਰਾਹੀਂ ਇੱਕ ਪੂਰਾ ਬੈਲੈਂਸ ਬਣਾ ਕੇ ਰੱਖਿਆ ਹੋਇਆ। ਉਹਨਾਂ ਨਾਲ 10 ਦੇ ਵਿੱਚੋਂ ਕੋਈ 5-6 ਦੇ ਮੁੰਡੇ ਜੰਮਣੇ ਨੇ, 5-6 ਦੀਆਂ ਕੁੜੀਆਂ ਜੰਮਣੀਆਂ ਨੇ ਜੀ। ਜਿਨ੍ਹਾਂ ਦੇ ਕੁੜੀਆਂ ਜੰਮੀਆਂ ਉਹਨਾਂ ਨੇ ਤੇ ਇੱਕ ਹੋਰ ਬਾਬਾ ਲੱਭਣਾ ਸ਼ੁਰੂ ਕਰਤਾ, ਜਾਂ ਆਪਣੀ ਕਿਸਮਤ ਸਮਝ ਕੇ ਚੁੱਪ ਕਰਕੇ ਘਰ ਬਹਿ ਗਏ। ਤੇ ਜਿੰਨਾ ਭਾਵੇਂ 4 ਦੇ ਹੀ ਮੁੰਡੇ ਜੰਮ ਪੈਣ, 10 ਦੇ ਵਿੱਚੋਂ ਭਾਵੇਂ 6 ਦੇ ਕੁੜੀਆਂ ਜੰਮ ਪੈਣ, 4 ਦੇ ਹੀ ਮੁੰਡੇ ਜੰਮ ਪੈਣ, ਉਹਨਾਂ 4 ਨੇ 400 ਨੂੰ ਹੋਰ ਨੂੰ ਦੱਸਣਾ ਹੈ ਕਿ ਫਲਾਣੇ ਬਾਬਾ ਜੀ ਕਿਰਪਾ ਨਾਲ ਸਾਡਾ ਮੁੰਡਾ ਜੰਮ ਪਿਆ। ਹਾਂਜੀ। ਉਹ ਇਸ ਤਰ੍ਹਾਂ ਇਹਨਾਂ ਲੋਕਾਂ ਦੀ ਦੁਕਾਨਦਾਰੀ ਚੱਲੀ ਜਾਂਦੀ ਹੈ ਜੀ। ਇਸ ਤਰ੍ਹਾਂ ਹੀ ਹੈ ਬਾਹਰ ਜਾਣ ਬਾਰੇ ਵੀ, ਇਸ ਤਰ੍ਹਾਂ ਹੀ ਨੌਕਰੀਆਂ ਲਵਾਉਣ ਬਾਰੇ ਹੀ ਹੈ। ਲੋਕਾਂ ਨੂੰ ਇੱਕ ਆਤਮ ਵਿਸ਼ਵਾਸ ਨਹੀਂ ਹੁੰਦਾ ਕਿ ਅਸੀਂ ਇਹ ਕੰਮ ਕਰ ਸਕਨੇ ਹਾਂ ਜੀ। ਉਹਨਾਂ ਦੀ ਕਾਬਲੀਅਤ ਹੋਣ ਦੇ ਬਾਵਜੂਦ ਉਹ ਇਹਨਾਂ ਲੋਕਾਂ ਕੋਲ ਜਾ ਕੇ ਜਿਹੜੇ ਤਰਲੇ ਕੱਢਦੇ ਨੇ, ਤੇ ਜਿਸ ਵੇਲੇ ਆਪਣੀ ਕਾਬਲੀਅਤ ਨਾਲ ਕਾਮਯਾਬ ਹੋ ਜਾਂਦੇ ਨੇ, ਜਾਂ ਜਿਸ ਵੇਲੇ ਕੁਦਰਤ ਦਾ ਅਟਲ ਨੇਮ ਦੇ ਅਨੁਸਾਰ ਸਮਾਂ ਆ ਗਿਆ ਉਹਨਾਂ ਦੀ ਕਾਮਯਾਬੀ ਦਾ, ਉਹ ਕਾਮਯਾਬ ਹੋ ਜਾਂਦੇ ਨੇ, ਤੇ ਉਹਦਾ ਕ੍ਰੈਡਿਟ ਉਹ ਇਹਨਾਂ ਨੂੰ ਮਿਲ ਜਾਂਦਾ ਕਿ ਫਲਾਣੇ ਬਾਬਾ ਜੀ ਦੀ ਕਿਰਪਾ ਨਾਲ ਹੋਇਆ। ਉਸ ਤੋਂ ਵੀ ਵੱਧ ਕੇ ਇਹਨਾਂ ਲੋਕਾਂ ਦਾ ਪਬਲਿਕ ਰਿਲੇਸ਼ਨ ਬਹੁਤ ਤਗੜਾ ਹੈ। ਜਿੰਨੇ ਸਾਧ ਬਣੇ ਹੋਏ ਨੇ ਨਾ ਜੀ, ਇਹਨਾਂ ਦੇ ਏਜੰਟ ਇੰਨੇ ਤਗੜੇ ਨੇ ਕਿ ਥਾਂ ਥਾਂ ਦੇ ਉੱਤੇ ਉਹਨਾਂ ਦੇ ਚਮਤਕਾਰ ਦਿਖਾਉਣ ਦੇ ਵਿੱਚ, ਪ੍ਰਚਾਰਨ ਦੇ ਵਿੱਚ, ਕਿ ਫਲਾਣੇ ਮਹਾਂਪੁਰਖਾਂ ਨੇ ਆ ਚਮਤਕਾਰ ਕਰਤਾ, ਮੈਂ ਆਪ ਉੱਥੇ ਸੀ ਜੀ ਮੇਰੇ ਸਾਹਮਣੇ। ਉਹਨਾਂ ਨੇ ਕੁੰਡੀ ਘੁਮਾਈ, ਬਸ ਕੁੰਡੀ ਘੁਮਾਈ ਤੇ ਉੱਥੇ ਜਿਹੜਾ ਭੂਤ ਪ੍ਰਗਟ ਹੋ ਗਿਆ, ਦੇਵਤਾ ਪ੍ਰਗਟ ਹੋ ਗਿਆ। ਇਹੋ ਜਿਹਾ ਪ੍ਰਚਾਰ ਜਿਹੜੇ ਨੇ ਕਈ ਤਰ੍ਹਾਂ ਦੇ, ਉਹ ਜਿਹੜੇ ਜਿਹਦੇ ਨਾਲ ਇਹਨਾਂ ਦੇ ਬਾਰੇ ਇਹ ਬਣੇ, ਉਹ ਜੀ ਮਹਾਂਪੁਰਖ ਫਲਾਣੀ ਜਗ੍ਹਾ ਨੌਕਰੀ ਦੇ ਰਹੇ ਸਨ, ਉਧਰ ਮੇਰੇ ਨਾਲ ਬੈਠਾ ਗੱਲਾਂ ਕਰ ਰਹੇ ਸਨ। ਹੁਣ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਇਹ ਸਾਰੀਆਂ ਪ੍ਰਚਲਿਤ ਕੀਤੀਆਂ ਜਾਂਦੀਆਂ ਨੇ, ਜਿਹਦੇ ਨਾਲ ਇਹ ਸਮਾਜ ਨੂੰ ਪ੍ਰਭਾਵਿਤ ਕਰਦੇ ਨੇ। ਇਹ ਮੰਨਣਾ ਪਏਗਾ ਕਿ ਇੰਨਾ ਸਟਰੋਂਗ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਕਿਸੇ ਸਰਕਾਰ ਦਾ ਵੀ ਨਹੀਂ ਜਿੰਨਾ ਸਟਰੋਂਗ ਇਹਨਾਂ ਬਾਬਿਆਂ ਦਾ, ਜਿਹੜੇ ਅਖੌਤੀ ਬਾਬੇ ਨੇ, ਜਿਹੜੇ ਸਾਧ ਬਣੇ ਹੋਏ ਨੇ, ਕਿਉਂਕਿ ਉਹਨਾਂ ਦੀ ਦੁਕਾਨਦਾਰੀ ਇਸੇ ਦੇ ਉੱਤੇ ਚੱਲਦੀ ਹੈ। ਜੀ ਜੀ ਜੀ। ਉਹ ਹੁਣ ਕਿਉਂਕਿ ਉਹਨਾਂ ਦਾ ਪ੍ਰਭਾਵ ਖੇਤਰ ਬਣਿਆ ਹੋਇਆ, ਉਹ ਭਾਵੇਂ ਪਬਲਿਕ ਰਿਲੇਸ਼ਨ ਕਰਕੇ ਹੈ, ਭਾਵੇਂ ਜਿਵੇਂ ਹੁਣ ਮੈਂ ਗੱਲ ਕੀਤੀ ਵੀ ਜੇ 10 ਗਏ ਉਹਨਾਂ ਕੋਲ ਤੇ ਭਾਵੇਂ 6 ਦੇ ਕੁੜੀਆਂ ਜੰਮ ਪੈਣ, ਜਿਹੜਾ ਉਹ 4 ਨੇ ਪ੍ਰਚਾਰ ਕਰਨਾ ਨਾ ਉਹ ਬੜਾ ਸਟਰੋਂਗ ਹੈ। ਬਿਲਕੁਲ ਬਿਲਕੁਲ। ਔਰ ਉਹ ਫਿਰ ਇਹਨਾਂ ਦੇ ਮਾਨਤਾ ਵੀ ਕਰਨ ਲੱਗ ਪੈਂਦੇ ਨੇ ਕਿ ਮਹਾਂਪੁਰਖਾਂ ਨੇ ਹੁਕਮ ਕਰਤਾ ਜੀ, ਉਹਨਾਂ ਦੇਖੋ ਉਹਨਾਂ ਕਰਕੇ ਸਾਡੇ ਮੁੰਡਾ ਜੰਮਿਆ ਸੀ, ਉਹਨਾਂ ਹੁਕਮ ਕਰਤਾ ਤਾਂ ਹੁਣ ਤਾਂ ਅਸੀਂ ਉਧਰ ਹੀ ਜਾਣਾ ਜਿੱਧਰ ਉਹ ਕਹਿ ਰਹੇ ਨੇ। ਉਹ ਫਿਰ ਕਈਆਂ ਨੂੰ ਪ੍ਰਭਾਵਿਤ ਕਰਦੇ ਨੇ, ਜਿਨ੍ਹਾਂ ਨੇ ਇਹ ਸੁਣਿਆ ਵੀ ਹੁੰਦਾ ਵੀ ਫਲਾਣੇ ਦੇ ਘਰ ਉਹਨਾਂ ਦੀ ਵਜ੍ਹਾ ਕਰਕੇ ਮੁੰਡਾ ਜੰਮ ਪਿਆ, ਉਹ ਵੀ ਪ੍ਰਭਾਵਿਤ ਹੁੰਦਾ ਵੀ ਏਡੇ ਮਹਾਂਪੁਰਖਾਂ ਨੇ ਕਿਹਾ,
ਉਹਨੂੰ ਐਨਕੈਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਲੇਕਿਨ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਜੀ, ਇਹਨਾਂ ਦੀਆਂ ਕੋਈ ਵੀ ਕੋਸ਼ਿਸ਼ਾਂ ਐਤਕੇ ਕਾਮਯਾਬ ਨਹੀਂ ਹੋਣੀਆਂ। ਹੁਣ ਇਹ ਬਲਕਿ ਜਿਹੜਾ ਸੰਤ ਸਮਾਜ ਇਹਨਾਂ ਨੇ ਸਦਾ ਐਕਸਪੋਜ਼ ਹੋ ਜਾਣਾ। ਇਹਨਾਂ ਦਾ ਸੱਚ ਜਿਹੜਾ ਲੋਕਾਂ ਦੇ ਸਾਹਮਣੇ ਆ ਰਿਹਾ ਕਿ ਇਹ ਆਪਣੀਆਂ ਦੁਕਾਨਦਾਰੀਆਂ ਕਰਕੇ ਸਾਰੀ ਸੂਬੇ ਨੂੰ ਬਰਬਾਦ ਕਰਨ ਦੇ ਉੱਤੇ ਤੁਲੇ ਹੋਏ ਨੇ। ਸਾਰੇ ਪੰਜਾਬ ਦੀ ਜਨਤਾ ਦੇ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਐਸੇ ਲੋਕਾਂ ਨੂੰ ਮੁੜ ਕੇ ਰਾਜਗੱਦੀ ਤੇ ਬਿਠਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਨ੍ਹਾਂ ਨੇ ਪਿਛਲੇ 40-50 ਸਾਲ ਦੇ ਪੰਜਾਬ ਨੂੰ ਰੱਜ ਕੇ ਲੁੱਟਿਆ ਔਰ ਬਰਬਾਦ ਕੀਤਾ। ਇਸ ਕਰਕੇ ਇਹ ਵੀ ਨਾਲ ਐਕਸਪੋਜ਼ ਹੋ ਜਾਣਗੇ। ਇਸ ਘਟਨਾ ਦੇ ਨਾਲ ਲਗਭਗ 300 ਸੰਤ 20 ਤਰੀਕ ਤੋਂ ਬਾਅਦ ਪਤਾ ਲੱਗ ਜਾਏਗਾ ਕਿ ਜੇ ਇਹਨਾਂ ਵਿੱਚ ਅਸਲੀ ਨੇ ਕਿ ਨਕਲੀ ਨੇ, ਕਿਉਂਕਿ ਲੱਗਦਾ ਵੀ ਜਿਸ ਹਿਸਾਬ ਨਾਲ ਅਕਾਲੀ ਦਲ ਦੀ ਹਾਲਤ ਹੈ ਕੋਈ ਬੇੜਾ ਪਾਰ ਨਹੀਂ ਲਵਾ ਸਕਣਗੇ ਸੰਤਾਂ ਦਾ ਜਿਹੜਾ ਮੋਢਾ ਅਕਾਲੀ ਦਲ ਨੇ ਲਿਆ। ਤਾਂ ਕਹਿ ਸਕਦੇ ਆਪਾਂ ਸੰਗਤ ਨੂੰ, ਸਿੱਖ ਸੰਗਤ ਨੂੰ ਅਕਲ ਆਉਣੀ ਚਾਹੀਦੀ ਆ ਕਿ 300 ਸੰਤ ਜਿਹੜਾ ਝੂਠਾ ਸਾਬਤ ਹੋਣ ਜਾ ਰਿਹਾ। ਉਹਨਾਂ ਦੀ ਕੋਈ ਕਰਾਮਾਤ ਨਹੀਂ ਹੈ ਜਾ ਰਹੇ ਨੇ ਜੀ, ਐਕਸਪੋਜ਼ ਹੋਣ ਜਾ ਰਹੇ ਨੇ। ਉਹਨਾਂ ਦੀ ਕੋਈ ਕਰਾਮਾਤ ਨਹੀਂ ਹੋਣੀ, ਕੋਈ ਅਰਦਾਸ ਪੂਰੀ ਨਹੀਂ ਹੋਣੀ, ਕੱਖ ਨਹੀਂ ਹੈਗਾ ਇਹਨਾਂ ਦੇ ਵਿੱਚ ਸਿਵਾਏ ਠੱਗੀ ਠੋਰੀ, ਆਪਾਂ ਸਿੱਧੇ ਲਫ਼ਜ਼ਾਂ ਦੇ ਵਿੱਚ ਜੇ ਕਹਿ ਲਈਏ ਤੇ। ਦੂਜਾ ਮੇਰਾ ਇੱਕ ਸਵਾਲ ਇਹ ਆ ਕਿ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਪੰਥ ਪ੍ਰਵਾਨਿਤ ਰਹਿਤ ਮਰਿਆਦਾ, ਔਰ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਡੇਰੇਦਾਰ ਜਿਹੜਾ ਆ ਉਹ ਸਿੱਖ ਰਹਿਤ ਮਰਿਆਦਾ ਨੂੰ ਮੰਨਦਾ ਹੋਵੇ। ਮਤਲਬ ਇਹ ਆਪਣੇ ਆਪ ਦੇ ਵਿੱਚ ਹੀ ਹਾਸੋਹੀਣੀ ਗੱਲ ਹੈ ਕਿ ਕੋਈ ਬੰਦਾ ਕਿਸੇ ਦੇਸ਼ ਦੇ ਵਿੱਚ ਰਹਿੰਦਾ ਹੋਵੇ ਤੇ ਉਸ ਦੇਸ਼ ਦਾ ਸੰਵਿਧਾਨ ਹੀ ਨਾ ਮੰਨਦਾ ਹੋਵੇ, ਕਾਨੂੰਨ ਹੀ ਨਾ ਮੰਨਦਾ ਹੋਵੇ। ਇਹ ਆਪਣੇ ਆਪ ਨੂੰ ਅਕਾਲ ਤਖਤ ਦੇ ਜਾਂ ਸਿੱਖਾਂ ਦੇ ਬੜੇ ਇਤਿਹਾਸੀ ਕਹਿੰਦੇ ਨੇ, ਲੇਕਿਨ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਵਾਨਿਤ ਜਿਹੜੀ ਪੰਥ ਦੀ ਰਹਿਤ ਮਰਿਆਦਾ ਉਸ ਤੋਂ ਹੀ ਮੁਨਕਰ ਨੇ। ਇਹਦੇ ਪਿੱਛੇ ਇਹਨਾਂ ਦੀ ਕੀ ਮਨਸ਼ਾ ਹੋ ਸਕਦੀ ਹੈ? ਨਹੀਂ ਦੇਖੋ, ਇਹ ਤਾਂ ਮੈਂ ਹੁਣੇ ਪਹਿਲਾਂ ਹੀ ਇਹ ਗੱਲ ਕਹੀ ਹੈ ਜੀ, ਇਹ ਇਕੱਠੇ ਹੋਏ ਨੇ ਲੇਕਿਨ ਇਹਨਾਂ ਦੀ ਆਪਣੀਆਂ ਮਿਰਾਦਾਂ ਅਲੱਗ-ਅਲੱਗ ਨੇ, ਆਪਣੇ ਇਹਨਾਂ ਦੇ ਨਿਤਨੇਮ ਅਲੱਗ-ਅਲੱਗ ਨੇ, ਹੋਰ ਕਈ ਤਰ੍ਹਾਂ ਦੀ ਵਿਚਾਰਧਾਰਾ ਅਲੱਗ-ਅਲੱਗ ਨੇ। ਮੈਂ ਪਹਿਲਾਂ ਹੀ ਇਹ ਗੱਲ ਕਹੀ ਹੈ। ਹਾਂਜੀ। ਜੇ ਇਹ ਪੰਥਕ ਡਿਸਪਲਿਨ ਦੇ ਵਿੱਚ ਹੋਣ, ਸਭ ਤੋਂ ਪਹਿਲੀ ਗੱਲ ਤੇ ਇਹ ਹੈ ਨਾ, ਜੇ ਪੰਥ ਕਰਦੇ ਨੇ ਸਭ ਤੋਂ ਪਹਿਲਾਂ ਆਪ ਇੱਕ ਪੰਥਕ ਡਿਸਪਲਿਨ ਦੇ ਵਿੱਚ ਆਉਣ, ਔਰ ਉਸ ਪੰਥਕ ਡਿਸਪਲਿਨ ਦੇ ਵਿੱਚ ਆਉਣ ਤਾਂ ਫਿਰ ਰਹਿਤ ਮਰਿਆਦਾ ਜਿਹੜੀ ਹੈ ਉਹਨੂੰ ਸਭ ਤੋਂ ਪਹਿਲਾਂ ਮੰਨਣਾ ਲਾਜ਼ਮੀ ਹੈ। ਇਹਨਾਂ ਨੇ ਆਪਣੀਆਂ ਰਹਿਤ ਮਰਿਆਦਾ ਬਣਾਈਆਂ ਹੋਈਆਂ ਨੇ ਅਲੱਗ-ਅਲੱਗ। ਉਹ ਬਣਾਉਣ ਦੀ ਕਿਉਂ ਲੋੜ ਪਈ? ਕਿਉਂਕਿ ਇਹ ਆਪਣੇ ਪੰਥ ਚਲਾਉਣਾ ਚਾਹੁੰਦੇ ਨੇ। ਜੀ। ਇੱਕ ਮੈਂ ਹੋਰ ਤੁਹਾਨੂੰ ਗੱਲ ਤੁਹਾਡੇ ਧਿਆਨ 'ਚ ਦਵਾਵਾਂ। ਇੱਕ ਨਾ ਬੜਾ ਵੱਡਾ ਭੁਲੇਖਾ ਪਾਇਆ ਜਾਂਦਾ ਹੈ। ਇਹ ਗੁਰੂ ਡੰਮ ਦੀ ਗੱਲ ਕਰਦੇ ਨੇ ਜੀ, ਗੁਰੂ ਡੰਮ ਹੈ ਤੇ ਆਪ ਨੂੰ ਉਸ ਗੁਰੂ ਡੰਮ 'ਚ ਨਹੀਂ ਗਿਣਦੇ। ਆਪ ਕਹਿੰਦੇ ਨੇ ਜੀ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਆ। ਇਹ ਗੁਰੂ ਡੰਮ ਉਹਨਾਂ ਨੂੰ ਮੰਨਦੇ ਨੇ, ਜਿਵੇਂ ਹੁਣ ਨਿਰੰਕਾਰੀ ਹੋ ਗਏ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰਦੇ। ਰਾਧਾ ਸੁਆਮੀ ਹੋ ਗਏ, ਉਹਨਾਂ ਨੂੰ ਵੀ ਬੰਦ ਕਰਤਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ। ਸਰਸੇ ਵਾਲਾ ਹੋ ਗਿਆ, ਰਾਮ ਰਹੀਮ, ਇਹ ਕਹਿੰਦੇ ਨੇ ਜੀ ਵੀ ਉਹ ਗੁਰੂ ਡੰਮ ਹੈ, ਆਪਣੇ ਆਪ ਗੁਰੂ ਡੰਮ ਨਹੀਂ ਮੰਨਦੇ। ਇਹ ਸਾਰੇ ਗੁਰੂ ਡੰਮ ਨੇ, ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਸਿਰਫ ਦੁਕਾਨਾਂ ਖੋਲੀਆਂ ਹੋਈਆਂ ਨੇ। ਜਿਹੜਾ ਪ੍ਰਵਾਨਿਤ ਹੋ ਜਾਂਦਾ, ਜਿਹੜਾ ਸਮਝਦਾ ਵੀ ਹੁਣ ਮੇਰੀ ਇੰਨੀ ਕਮਾਨਤਾ ਹੋ ਗਈ ਹੈ ਕਿ 5-4 ਲੱਖ ਬੰਦਾ ਜਿਹੜਾ ਮੇਰੇ ਪਿੱਛੇ ਲੱਗ ਸਕਦਾ ਜੀ, ਉਹ ਆਪਣੇ ਆਪ ਨੂੰ ਗੁਰੂ ਡਿਕਲੇਅਰ ਕਰ ਦਿੰਦਾ। ਰਾਧਾ ਸੁਆਮੀ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਸਨ, ਨਿਰੰਕਾਰੀ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਸਨ। ਰਾਮ ਰਹੀਮ ਦੇ ਡੇਰੇ ਤੇ ਜਿਹੜੇ ਮਸਤਾਨਾ ਜੀ ਜਿਹਨੂੰ ਕਹਿੰਦੇ ਨੇ, ਇਹ ਰਾਧਾ ਸੁਆਮੀਆਂ ਚੋਂ ਨਿਕਲੇ ਨੇ। ਉਹਨਾਂ ਦੇ ਸਮੇਂ ਤਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ। ਇਹ ਸਾਰੇ ਜਿਹੜੇ ਨੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਸਨ। ਫਰਕ ਸਿਰਫ ਇਹ ਹੈ ਵੀ ਉਹ ਐਸਟੈਬਲਿਸ਼ ਹੋ ਗਏ। ਉਹਨਾਂ ਨੇ ਵੇਖਿਆ ਕਿ ਹੁਣ ਸਾਡੀ ਇੰਨੀ ਕੁ ਪ੍ਰਵਾਨਗੀ ਹੋ ਗਈ ਹੈ ਕਿ ਅਸੀਂ ਆਪਣੀ ਅਲੱਗ ਇੱਕ ਹੱਟੀ ਚਲਾ ਸਕਦੇ ਹਾਂ ਖੁੱਲ ਕੇ, ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਲੋੜ ਨਹੀਂ। ਇਹਨਾਂ ਨੂੰ ਅਜੇ ਗੁਰੂ ਗ੍ਰੰਥ ਸਾਹਿਬ ਦੀ ਲੋੜ ਹੈ, ਇਹ ਉਹਦੇ ਆਸਰੇ ਤੇ ਬੈਠੇ ਨੇ। ਲੇਕਿਨ ਇਹ ਗੱਲ ਆਪਣੇ ਆਪ ਦੇ ਵਿੱਚ ਇਹਨਾਂ ਦੀਆਂ ਅੰਦਰੂਨੀ ਮਨਸਾ ਜਿਹੜੀਆਂ ਨੇ ਉਹਨਾਂ ਨੂੰ ਜ਼ਾਹਰ ਕਰਨ ਲਈ ਬਿਲਕੁਲ ਸਪਸ਼ਟ ਹੈ ਕਿ ਇਹ ਆਪ ਹੀ ਸਿੱਖ ਰਹਿਤ ਮਰਿਆਦਾ ਨਹੀਂ ਮੰਨਦੇ। ਇਹਨਾਂ ਨੇ ਆਪਣੀਆਂ ਮਰਿਆਦਾ ਬਣਾਈਆਂ ਹੋਈਆਂ ਨੇ। ਔਰ ਬਾਦਲ ਦਲ ਜਿਹੜਾ ਕਿ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੈ, ਉਹਨੂੰ ਇਹ ਨਹੀਂ ਪਤਾ ਕਿ ਇਹ ਅਲੱਗ-ਅਲੱਗ ਮਰਿਆਦਾ ਚਲਾ ਰਹੇ ਨੇ। ਅਗਰ ਉਹਨਾਂ ਨੇ ਇਹਨਾਂ ਨਾਲ ਸਾਂਝ ਪਾਣੀ ਹੈ ਤੇ ਉਹਨਾਂ ਦੀ ਪਹਿਲੀ ਕੰਡੀਸ਼ਨ ਹੋਣੀ ਚਾਹੀਦੀ ਹੈ ਕਿ ਤੁਸੀਂ ਪੰਥ ਦੀ ਮਰਿਆਦਾ ਦੇ ਵਿੱਚ ਆਓ, ਤੁਸੀਂ ਆਪ ਸਾਰੇ ਪੰਥ ਦੀ ਮਰਿਆਦਾ ਦੇ ਵਿੱਚ ਆਓ। ਲੇਕਿਨ ਉਹ ਕਹਿੰਦੇ ਨਹੀਂ ਜੀ ਉਹਨਾਂ ਦੀ ਡੇਰੇ ਦੀ ਮਰਿਆਦਾ ਹੈ, ਕਿ ਉਹਨਾਂ ਦਾ ਡੇਰਾ ਪੰਥ ਦਾ ਹਿੱਸਾ ਨਹੀਂ। ਜੇ ਪੰਥ ਦਾ ਹਿੱਸਾ ਨਹੀਂ ਤੇ ਫਿਰ ਤੁਸੀਂ ਕਿਉਂ ਉਹਨਾਂ ਦੀ ਮਦਦ ਮੰਗ ਰਹੇ ਹੋ, ਕਿਉਂ ਉਹਨਾਂ ਦੇ ਨਾਲ ਖੜੇ ਹੋ? ਔਰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਗਿਆ ਉੱਥੇ ਤਾਂ ਫਿਰ ਸਿੱਖ ਰਹਿਤ ਮਰਿਆਦਾ ਲਾਗੂ ਹੋਣੀ ਲਾਜ਼ਮੀ ਹੋ ਜਾਂਦੀ ਹੈ। ਵੈਸੇ ਲਾਜ਼ਮੀ ਹੋ ਜਾਂਦੀ ਹੈ, ਬਿਲਕੁਲ ਲਾਜ਼ਮੀ ਹੋ ਜਾਂਦੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦੇ ਅਨੁਸਾਰ ਬਣਾਈ ਗਈ ਹੈ ਨਾ ਜੀ।
ਅਗਰ ਤੁਸੀਂ ਉਹਦੇ ਵਿੱਚ ਵਖਰੇਵਾਂ ਕਰਦੇ ਹੋ ਤਾਂ ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਵਿੱਚ ਵਖਰੇਵਾਂ ਕਰ ਰਹੇ ਹੋ ਤੁਸੀਂ, ਉਹਨੂੰ ਤੁਸੀਂ ਇੱਕ ਰੂਪ ਦੇ ਵਿੱਚ ਨਹੀਂ ਮੰਨਦੇ ਜੀ। ਔਰ ਅਸਲੀਅਤ ਇਹਨਾਂ ਦੀ ਹੈ ਹੀ ਇਹ ਹੈ, ਆਪਣੇ ਆਪਣੇ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਕਰਕੇ ਲੋਕਾਂ ਨੂੰ ਭਰਮਾ ਕੇ ਆਪਣੇ ਪਿੱਛੇ ਲਾਉਣ ਦਾ ਕੰਮ ਕਰਦੇ ਨੇ। ਕਈ ਇਸ ਭੁਲੇਖੇ 'ਚ ਰਹਿੰਦੇ ਨੇ ਜੀ ਕਿ ਦੇਖੋ ਇਹ ਵੀ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਰਹੇ ਨੇ, ਇਹ ਵੀ ਕੌਮ ਨਾਲ ਜੋੜ ਰਹੇ ਨੇ। ਇਹ ਵੀ ਗੱਲ ਹੁੰਦੀ ਹੈ ਜੀ। ਜੀ ਹਾਂ, ਇਹ ਬਹੁਤ ਹੁੰਦਾ ਹੈ, ਲੇਕਿਨ ਅਸਲੀਅਤ ਨਹੀਂ, ਉਹ ਗਹਿਰਾਈ ਦੇ ਵਿੱਚ ਨਾ ਜਾ ਕੇ ਨਹੀਂ ਸਮਝਦੇ ਕਿ ਉਹ ਪੰਥ ਨਾਲ ਨਹੀਂ ਜੋੜ ਰਹੇ, ਗ੍ਰੰਥ ਨਾਲ ਨਹੀਂ ਜੋੜ ਰਹੇ, ਆਪਣੇ ਨਾਲ ਜੋੜ ਰਹੇ ਨੇ। ਉਹਨਾਂ ਨੇ ਰਸਤਾ ਉਧਰੋਂ ਦੀ ਲੱਭਿਆ ਹੋਇਆ, ਰਾਹ ਉਧਰੋਂ ਦੀ ਕੱਢਿਆ ਹੋਇਆ, ਪਹੁੰਚ ਆਪਣੇ ਤੱਕ ਕੀਤੀ ਹੋਈ ਹੈ। ਮਤਲਬ ਗੁਰੂ ਗ੍ਰੰਥ ਸਾਹਿਬ ਦਾ ਓਲਾ ਲੈ ਕੇ, ਓਟ ਆਸਰਾ ਲੈ ਕੇ ਤੇ ਜਿਹੜੀ ਠੱਗੀ ਮਾਰੀ ਜਾ ਰਹੀ ਆ ਆਮ ਭੋਲੇ ਭਾਲੇ ਲੋਕਾਂ ਨਾਲ ਮਾਰੀ ਜਾ ਰਹੀ ਹੈ। ਜੀ ਜੀ ਬਿਲਕੁਲ। ਇਹਦੇ ਚ ਇੱਕ ਗਿਰਾਵਟ ਜਿਹੜੀ ਆ, ਆਪਾਂ ਜਿਹੜੀਆਂ ਜਾਗਰੂਕ ਧਿਰਾਂ ਨੇ, ਪੜ੍ਹੇ ਲਿਖੇ ਲੋਕ ਨੇ, ਤੁਸੀਂ ਮੰਨਦੇ ਹੋ ਕਿ ਉਹਨਾਂ ਦੇ ਵਿੱਚ ਵੀ ਬੜੀ ਇੱਕ ਨਮੋਸ਼ੀ ਹੈ, ਜਾਂ ਉਹਨਾਂ ਦੀ ਇੱਕ ਹਾਰ, ਉਹਨਾਂ ਦੀ ਇੱਕ ਕਿਸਮ ਦੀ ਹਾਰ ਕਹਿ ਲਓ, ਕਿ ਜਿਹੜਾ ਸਿੱਖਾਂ ਨੂੰ ਇਸ ਹੱਦ ਤੱਕ ਅਵੇਅਰ ਨਹੀਂ ਕਰ ਪਾਏ ਕਿ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਿਰ ਝੁਕਾਉਣਾ, ਬਾਕੀ ਕਿਸੇ ਦੇ ਅੱਗੇ ਸਿਰ ਨਹੀਂ ਝੁਕਾਉਣਾ। ਇਸ ਪੱਖੋਂ ਤੁਹਾਡਾ ਕੀ ਮੰਨਣਾ ਹੈ? ਦੇਖੋ ਜਸਪਾਲ ਸਿੰਘ ਜੀ, ਇੱਕ ਗੱਲ ਤਾਂ ਬੜੀ ਪੱਕੀ ਹੈ ਕਿ ਸਰਕਾਰੀ ਤਾਕਤ ਜਿਹੜੀ ਹੈ ਉਹਦਾ ਆਪਣੀ ਬੜੀ ਵੱਡੀ ਤਾਕਤ ਹੁੰਦੀ ਹੈ। ਸਰਕਾਰੀ ਗੱਦੀ ਜਿਹੜੀ ਹੈ, ਸਰਕਾਰੀ ਅਹੁਦਾ, ਉਹਦੀ ਆਪਣੀ ਵੱਡੀ ਤਾਕਤ ਹੁੰਦੀ ਹੈ। ਸਰਕਾਰੀ ਅਹੁਦੇ ਤੇ ਬੈਠ ਕੇ ਕਿਸੇ ਸਿਸਟਮ ਨੂੰ ਲਾਗੂ ਕਰਾਉਣਾ ਬਹੁਤ ਹੀ ਸੌਖਾ ਹੈ, ਤੇ ਜਿਸ ਵੇਲੇ ਸਰਕਾਰ ਦੇ ਵਿਰੋਧ ਵਿੱਚ ਆ ਕੇ ਕਿਸੇ ਸਿਸਟਮ ਨੂੰ ਲਾਗੂ ਕਰਾਉਣਾ ਹੋਵੇ ਤਾਂ ਬਹੁਤ ਸੰਘਰਸ਼ ਕਰਨਾ ਪੈਂਦਾ, ਬਹੁਤ ਕਰਨਾ ਪੈਂਦਾ। ਹਾਂਜੀ ਹਾਂਜੀ। ਅੱਜ ਜਿਹੜੀਆਂ ਪੰਥਕ ਧਿਰਾਂ ਨੇ, ਜਿਹੜੇ ਸੱਚਮੁੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਰਨਾਏ ਹੋਏ ਨੇ, ਜਿਹੜੇ ਚਾਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਹੀ ਸਾਰੀ ਮਨੁੱਖਤਾ ਦੇ ਉੱਤੇ ਲਾਗੂ ਹੋਵੇ, ਉਹਨਾਂ ਨੂੰ ਸਰਕਾਰੀ ਸਿਸਟਮ ਦੇ ਖਿਲਾਫ ਲੜਨਾ ਪੈ ਰਿਹਾ, ਉਹ ਭਾਵੇਂ ਬਾਦਲ ਦੀ ਸਰਕਾਰ ਹੋਵੇ। ਕਿਉਂਕਿ ਜਿਸ ਵੇਲੇ ਅਕਾਲੀਆਂ ਦੇ ਨਾਂ ਦੇ ਉੱਤੇ ਵੀ ਸਰਕਾਰ ਆਉਂਦੀ ਹੈ ਤੇ ਕੌਮ, ਪੰਥ, ਗੁਰਮਤ ਸਿਧਾਂਤ ਇਹਨਾਂ ਦੀ ਪ੍ਰਾਇੋਰਟੀ ਨਹੀਂ ਹੁੰਦੇ। ਇਹ ਤਿੰਨੇ ਚੀਜ਼ਾਂ ਇਹਨਾਂ ਦੇ ਵਾਸਤੇ ਸਾਧਨ ਨੇ ਰਾਜ ਸੱਤਾ ਪ੍ਰਾਪਤ ਕਰਨ ਦਾ, ਜੀ ਜੀ ਜੀ, ਮਨੋਰਥ ਨਹੀਂ ਹੈ। ਜਿਸ ਲਈ ਅਸੀਂ ਇਹ ਕਹਿੰਦੇ ਆ ਨਾ ਵੀ ਇਹ ਤਰ੍ਹਾਂ ਬਹੁਤਾ ਪ੍ਰਚਾਰ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ ਕਰ ਸਕੀਆਂ ਜੀ, ਸਾਨੂੰ ਇਹ ਵੀ ਧਿਆਨ ਕਰਨਾ ਪਏਗਾ ਵੀ ਉਹਨਾਂ ਨੂੰ ਟਾਕਰਾ ਕਿਹਦਾ ਕਰਨਾ ਪੈ ਰਿਹਾ, ਪੂਰੀ ਸਰਕਾਰੀ ਤਾਕਤ ਦਾ ਟਾਕਰਾ ਕਰਨਾ ਪੈ ਰਿਹਾ ਜੀ, ਜਿਹੜੀ ਕਿ ਉਸ ਵਿਚਾਰਧਾਰਾ ਨੂੰ ਲਾਗੂ ਨਹੀਂ ਹੋਣ ਦੇਣਾ ਚਾਹੁੰਦੀ। ਇੱਕ ਸਰ ਜੀ ਜੀ ਜੀ, ਆਪਣੀ ਗੱਲ ਕਰੋ ਤੁਸੀਂ। ਇੱਕ ਦੇਖੋ, ਸੌਰੀ ਇੱਕ ਮਿੰਟ, ਫਿਰ ਵੀ ਤੁਸੀਂ ਇੱਕ ਦੇਖੋ ਕਿ ਤੁਸੀਂ ਅੱਜ ਤੋਂ 25-30 ਸਾਲ ਪਿੱਛੇ ਚਲੇ ਜਾਓ ਤੇ ਅੱਜ ਚਲੇ ਜਾਓ, ਅੱਜ ਤੇ ਆ ਜਾਓ, ਤੇ ਬਹੁਤ ਅਵੇਅਰਨੈਸ ਹੈ, ਬਹੁਤ ਫਰਕ ਹੈ ਜੀ। ਅੱਜ ਅਗਰ ਬਾਦਲ ਸਰਕਾਰ ਨੂੰ ਇਹਨਾਂ ਦਾ ਓਟ ਆਸਰਾ ਲੈਣਾ ਪੈ ਰਿਹਾ ਹੈ ਜੀ, ਪੰਜਾਬ 'ਚ ਸੱਤਾ ਪ੍ਰਾਪਤ ਕਰਨ ਲਈ ਰਗੜੇ ਖਾਣੇ ਪੈ ਰਹੇ ਨੇ, ਤਰਲੇ ਕੱਢਣੇ ਪੈ ਰਹੇ ਨੇ, ਤੇ ਇਸ ਗੱਲ ਦੇ ਵਿੱਚ ਆਪਣੇ ਆਪ ਦੇ ਵਿੱਚ ਇਹ ਗੱਲ ਦਾ ਪ੍ਰਮਾਣ ਹੈ ਕਿ ਵਿਚਾਰਧਾਰਾ ਜਿਹੜੀ ਹੈ ਉਹ ਬਦਲ ਰਹੀ ਹੈ, ਫੈਲ ਰਹੀ ਹੈ। ਉਹ ਉਸ ਪੱਧਰ ਤੇ ਨਹੀਂ ਭਾਵੇਂ ਆਈ, ਲੇਕਿਨ ਫਰਕ ਆ ਰਿਹਾ। ਸਰ ਜਿਹੜੀ ਇੱਕ ਗੱਲ ਹੋਰ ਆ ਜਾਂਦੀ ਸਾਹਮਣੇ ਕਿ ਜਿੰਨੇ ਵੀ ਪੜ੍ਹੇ ਲਿਖੇ ਲੋਕ ਨੇ, ਚਲੋ ਸੰਤ ਸਮਾਜ ਤਾਂ ਇਕੱਠਾ ਨਹੀਂ ਹੈਗਾ, ਲੇਕਿਨ ਸਿੱਖਾਂ ਨੂੰ ਜਿਹੜੇ ਪੜ੍ਹੇ ਲਿਖੇ ਲੋਕ ਨੇ ਘੱਟੋ ਘੱਟ ਉਹ ਤਾਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਣ, ਤਾਂ ਕਿ ਕੋਈ ਕੌਮ ਦੀ, ਸਿੱਖਾਂ ਦੀ ਕੋਈ ਜਿਹੜੀ ਡੁੱਬਦੀ ਬੇੜੀ ਆ ਜਾਂ ਜਿਹੜੀ ਡੱਕੇ ਡੋਲੇ ਖਾ ਰਹੀ ਆ ਭਵ ਸਾਗਰ ਦੇ ਵਿੱਚ, ਇਹਨੂੰ ਕਿਸੇ ਤਰੀਕੇ ਨਾਲ, ਸਹੀ ਤਰੀਕੇ ਨਾਲ ਬੰਨੇ ਲਾਇਆ ਜਾਵੇ। ਸਿੱਖਾਂ ਦੇ ਜਿਹੜੀਆਂ ਸਿਧਾਂਤਕ ਮੰਗਾਂ ਨੇ, ਜਾਇਜ਼ ਮੰਗਾਂ ਨੇ, ਉਹ ਪੂਰੀਆਂ ਕੀਤੀਆਂ ਜਾ ਸਕਣ। ਇਹ ਬਹੁਤ ਇੰਪੋਰਟੈਂਟ ਗੱਲ ਹੈ। ਇਹਦੇ ਵਾਸਤੇ ਬੜੇ ਬੜੇ ਉਪਰਾਲੇ ਵੀ ਹੋਏ ਨੇ, ਔਰ ਮੈਨੂੰ ਇਹ ਮੰਨਣ 'ਚ ਕੋਈ ਇਤਰਾਜ਼ ਨਹੀਂ ਕਿ ਮੈਂ ਵੀ ਇਹਦੇ ਵਾਸਤੇ ਬੜੇ ਉਪਰਾਲੇ ਕੀਤੇ ਨੇ, ਪਰ ਬਹੁਤੀ ਕਾਮਯਾਬੀ ਨਹੀਂ ਮਿਲੀ ਜੀ। ਉਹਦਾ ਕਾਰਨ ਇਹ ਹੈ ਕਿ ਜਿਹੜੀ ਸਰਕਾਰੀ ਤਾਕਤ ਹੈ ਨਾ ਜੀ ਜੀ, ਉਹ ਫਿਰ ਉਹਦੀ ਵਰਤੋਂ ਕਰਕੇ ਕੁਝ ਲੋਕਾਂ ਨੂੰ ਵਿੱਚੋਂ ਤੋੜ ਲੈਂਦੇ ਨੇ। ਕੁਝ ਲੋਕਾਂ ਦੀਆਂ ਆਪਣੀਆਂ ਕਮਜ਼ੋਰੀਆਂ ਹੁੰਦੀਆਂ ਨੇ, ਕੁਝ ਮਜਬੂਰੀਆਂ ਹੁੰਦੀਆਂ ਨੇ, ਕੁਝ ਇੰਟਰਸਟ ਹੁੰਦੇ ਨੇ ਜਿਹੜੇ ਉਹਨਾਂ ਸੰਸਥਾਵਾਂ ਦੇ ਉੱਤੇ ਕਾਬਜ਼ ਲੋਕ ਨੇ, ਉਹਨਾਂ ਦੇ ਇੰਟਰਸਟ ਸਾਹਮਣੇ ਆ ਜਾਂਦੇ ਨੇ ਕਿ ਆਹ ਤਾਂ ਸਰਕਾਰ ਹੈ, ਇਹਦੇ ਕੋਲੋਂ ਤਾਂ ਕਈ ਫਾਇਦੇ ਲੈ ਲਵਾਂਗੇ, ਉਧਰੋਂ ਕੀ ਮਿਲਣਾ, ਉਹ ਸਾਰੀ ਸੰਸਥਾ ਨੂੰ ਲੈ ਡੁੱਬਦੇ ਨੇ। ਇਹ ਬਹੁਤ ਜ਼ਰੂਰੀ ਹੈ। ਇੱਕ ਹੋਰ ਬੜੀ ਵੱਡੀ ਘਾਟ ਹੈ, ਇਹ ਸਾਰੇ ਖਿਆਲ ਆਉਂਦੇ ਨੇ ਜਦੋਂ ਇਲੈਕਸ਼ਨ ਆ ਜਾਂਦਾ ਜੀ, ਤੇ ਇਲੈਕਸ਼ਨ ਦੇ ਵਿੱਚ ਤੁਸੀਂ ਇਕੱਠੇ ਹੋ ਕੇ ਭਾਵੇਂ ਆ ਵੀ ਜਾਓ ਤੇ ਲੋਕਾਂ 'ਚ ਤੁਹਾਡੀ ਪ੍ਰਵਾਨਗੀ ਨਹੀਂ ਹੁੰਦੀ, ਨਹੀਂ ਹੋਣੀ। ਹਾਂਜੀ ਹਾਂਜੀ। ਦੂਸਰਾ, ਜਿਸ ਵੇਲੇ ਤੁਸੀਂ ਕੌਮੀ ਲੜਾਈ ਲੜਨੀ ਹੈ ਨਾ, ਤੇ ਤੁਹਾਨੂੰ ਇਹ ਸੋਚ ਕੇ ਨਹੀਂ ਲੜਨੀ ਪਏਗੀ ਵੀ ਤੁਸੀਂ ਰਾਜ ਸੱਤਾ ਪ੍ਰਾਪਤ ਕਰਨੀ ਹੈ। ਤੁਹਾਨੂੰ ਇਹ ਸੋਚ ਕੇ ਲੜਨਾ ਪਏਗਾ ਕਿ ਤੁਸੀਂ ਕੌਮ ਸੁਰਜੀਤ ਕਰਨੀ ਹੈ ਜੀ, ਉਹਦੇ ਵਿੱਚੋਂ ਰਾਜ ਸੱਤਾ ਨਿਕਲ ਸਕਦੀ ਹੈ।
ਲੇਕਿਨ ਰਾਜ ਸੱਤਾ ਦਾ ਟੀਚਾ ਬਣ ਕੇ ਉਹਨੂੰ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਕੌਮ ਦੀ ਸੇਵਾ ਵਾਸਤੇ ਇਕੱਠਾ ਹੋ ਕੇ ਅੱਗੇ ਆਉਣਾ ਪਏਗਾ। ਜਿਸ ਵੇਲੇ ਲੋਕੀ ਤੁਹਾਡਾ ਕੰਮ ਵੇਖਣਗੇ ਤੇ ਪ੍ਰਵਾਨਗੀ ਜਿਹੜੀ ਤੁਹਾਨੂੰ ਆਪੇ ਮਿਲ ਜਾਏਗੀ। ਆਹ ਘਾਟ ਜਿਹੜੀ ਮੈਂ ਮਹਿਸੂਸ ਕੀਤੀ ਆਪਣੇ ਆਪ ਦੇ ਵਿੱਚ, ਜਿਸ ਵੇਲੇ ਗੱਲ ਹੁੰਦੀ ਹੈ, ਇਹ ਹੁੰਦਾ ਜੀ ਸ਼੍ਰੋਮਣੀ ਕਮੇਟੀ ਤੇ ਕਿਵੇਂ ਕਾਬਜ਼ ਹੋਣਾ, ਰਾਜ ਸਭਾ ਤੇ ਕਿਵੇਂ ਕਾਬਜ਼ ਹੋਣਾ ਜੀ। ਜੇ ਹੁਣ ਮੈਂ ਅਕਾਲੀ ਦਲ ਦੀ ਉਹ ਗੱਲ ਕਰਾਂ, ਅੱਜ ਜਿੱਥੇ ਪਹੁੰਚ ਗਿਆ ਇਹ ਅਕਾਲੀ ਦਲ ਉਹ ਨਹੀਂ ਸੀ। ਅਕਾਲੀ ਦਲ ਨੇ ਕੌਮ ਦੀ ਲੜਾਈ ਲੜੀ ਸੀ। ਉਦੋਂ ਇਹ ਨਹੀਂ ਸੀ ਪਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਵੀ ਬਣ ਜਾਣਾ, SGPC ਐਕਟ ਵੀ ਬਣ ਜਾਣਾ। ਲੇਕਿਨ ਕੌਮ ਦੀ ਲੜਾਈ ਲੜੀ ਗਈ ਸੀ। ਉਸ ਵੇਲੇ ਇਹ ਨਹੀਂ ਸੀ ਪਤਾ ਵੀ ਰਾਜ ਸੱਤਾ ਵੀ ਮਿਲਣੀਆਂ ਨੇ। ਕੌਮ ਦੀ ਲੜਾਈ ਲੜੀ ਗਈ ਸੀ, ਉਹਦੇ ਵਿੱਚੋਂ ਪੈਦਾ ਹੋਏ ਕੌਮ ਦਾ ਰਾਜਗੱਦੀ ਦਾ ਰਾਹ ਆਪੇ ਬਣ ਗਿਆ। ਅੱਜ ਜਿਹੜਾ ਉੱਠਦਾ ਉਹ ਸਿੱਧਾ ਰਾਜਗੱਦੀ ਦੇ ਉੱਤੇ ਨਜ਼ਰ ਹੁੰਦੀ, ਉਹਦੀ ਸ਼੍ਰੋਮਣੀ ਕਮੇਟੀ ਤੇ ਨਜ਼ਰ ਹੁੰਦੀ ਹੈ। ਮੈਂ ਇੱਕ ਗੱਲ ਤਾਂ ਹਾਸੇ ਵਾਲੀ ਹੈ, ਮੈਂ ਨਾਂ ਨਹੀਂ ਲੈਣਾ। ਆਪਣੇ ਕੋਈ ਪੰਥਕ ਜਥੇਬੰਦੀਆਂ ਦੀ ਇਕੱਠੀ ਮੀਟਿੰਗ ਹੋ ਰਹੀ ਸੀ ਜੀ, ਤੇ ਉੱਥੇ ਇੱਕ ਨੇ ਗੱਲ ਕੀਤੀ, ਕਹਿੰਦਾ ਜੀ ਤੁਹਾਨੂੰ ਪਤਾ 12 ਅਰਬ ਦਾ ਬਜਟ ਹੈ ਸ਼੍ਰੋਮਣੀ ਕਮੇਟੀ ਦਾ। ਮੈਨੂੰ ਬੜਾ ਹਾਸਾ ਆ ਗਿਆ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਆਪਣੀ ਆਖੋ 12 ਅਰਬ ਤੇ ਵੀ ਇਸ ਵੇਲੇ ਬਾਦਲਾਂ ਦੇ ਕਬਜ਼ੇ ਦੇ ਵਿੱਚ, ਸਾਡੇ ਕਬਜ਼ੇ ਤੇ ਆ ਜਾਏ। ਹਾਂਜੀ ਹਾਂਜੀ। ਫਿਰ ਉਹਨੇ ਇੱਕਦਮ ਗੱਲ ਬਦਲੀ, ਨਹੀਂ ਮੇਰਾ ਮਤਲਬ ਹੈ ਜੀ ਉਹ ਦੁਰਵਰਤੋਂ ਕਰ ਰਹੇ ਨੇ, ਅਸੀਂ ਚਾਹੁੰਦੇ ਉਹਦੀ ਯੋਗ ਵਰਤੋਂ ਹੋਵੇ। ਮੈਂ ਕਿਹਾ ਸਾਡਾ ਟੀਚਾ ਤਾਂ 12 ਅਰਬ ਦੇ ਬਜਟ ਦੇ ਉੱਤੇ ਹੈ ਨਾ। ਤੁਸੀਂ ਇਹ ਗੱਲ ਨਹੀਂ ਕੀਤੀ ਵੀ ਕੌਮ ਦੀ ਕੀ ਹਾਲਤ ਹੈ, ਸਿੱਖੀ ਕਿੱਥੇ ਗਈ ਹੈ, ਸਿੱਖੀ ਸਰੂਪ ਕਿੱਥੇ ਗਿਆ, ਸਿੱਖੀ ਸਿਧਾਂਤ ਕਿੱਥੇ ਜਾ ਰਹੇ ਨੇ। ਤੁਸੀਂ 12 ਅਰਬ ਦੇ ਬਜਟ ਦੀ ਜਿਹੜੀ ਇਹ ਗੱਲ ਕੀਤੀ ਹੈ, ਆਹ ਕਮੀਆਂ ਸਾਡੇ ਦੇ ਵਿੱਚ ਵੀ ਨੇ। ਸਾਡਾ ਟੀਚਾ ਬਿਲਕੁਲ ਸਿੱਧਾ ਨਹੀਂ ਸਰ। ਇਹ ਕੌਮ ਦੀ ਸੇਵਾ ਦਾ ਟੀਚਾ ਬਣ ਕੇ ਇਕੱਠੇ ਹੋ ਕੇ ਇੱਕ ਤਾਕਤ ਬਣੀਏ ਤੇ ਫਿਰ ਬਾਕੀ ਸਭ ਕੁਝ ਉਹਦੇ ਵਿੱਚੋਂ ਆਪੇ ਨਿਕਲ ਸਕਦਾ। ਔਰ ਇਹ ਇਲੈਕਸ਼ਨਾਂ ਨੂੰ ਸਾਹਮਣੇ ਰੱਖ ਕੇ ਨਹੀਂ ਕਰਨਾ ਪਵੇਗਾ। ਇਹ ਜਿਸ ਦਿਨ ਸ਼ੁਰੂ ਕਰ ਦਿੱਤਾ ਉਸ ਦਿਨ ਹੀ ਸਵੇਰ ਹੈ, ਜਿਸ ਦਿਨ ਸੂਰਜ ਚੜ੍ਹਿਆ ਉਸ ਦਿਨ ਸਵੇਰ ਹੋ ਗਈ। ਇੱਕ ਆਖਰੀ ਸਵਾਲ ਆਪਾਂ ਗੱਲ ਕਰਦੇ ਹਾਂ। ਜਿਵੇਂ ਥੋੜਾ ਸਮਾਂ ਪਹਿਲਾਂ ਖਾੜਕੂ ਮੂਵਮੈਂਟ ਉੱਠੀ ਜੀ, ਸਿੱਖ ਮੰਗਾਂ ਨੂੰ ਲੈ ਕੇ, ਪੰਜਾਬ ਦੀਆਂ ਮੰਗਾਂ ਨੂੰ ਲੈ ਕੇ, ਤਾਂ ਉਹਦੇ ਵਿੱਚ ਹੁਣ ਭਾਵੇਂ ਉਹਨਾਂ ਨੂੰ ਭਾਈ ਕਹਿ ਲਓ, ਬਹੁਤ ਸਾਰੇ ਲੋਕ ਉਹਨਾਂ ਨੂੰ ਸੰਤ ਵੀ ਕਹਿੰਦੇ ਨੇ, ਜਰਨੈਲ ਸਿੰਘ ਭਿੰਡਰਾਂ ਵਾਲੇ, ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ। ਸਿਰਫ ਤੇ ਸਿਰਫ ਜੇ ਆਪਾਂ ਕਹੀਏ ਸੰਤਾਂ ਦੇ ਵਿੱਚੋਂ ਤਾਂ ਸ਼ਾਇਦ ਸੰਤ ਜਰਨੈਲ ਸਿੰਘ ਜਾਂ ਬਾਬਾ ਜਰਨੈਲ ਸਿੰਘ ਹੀ ਸ਼ਹੀਦ ਹੋਏ ਸੀ। ਬਾਕੀ ਕੋਈ ਵੀ ਸੰਤ ਜਾਂ ਡੇਰੇਦਾਰ ਇਸ ਪਾਸੇ ਨਹੀਂ ਆਇਆ। ਉਦੋਂ ਸੰਤਾਂ ਦਾ ਜਾਂ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਉਹਨਾਂ ਨੇ ਕੋਈ ਸਾਥ ਨਹੀਂ ਦਿੱਤਾ। ਇਹਦਾ ਕੀ ਕਾਰਨ ਹੈ ਕਿ ਇਹ ਬਾਬੇ ਕਾਇਰ ਵੀ ਨੇ? ਨਹੀਂ, ਇਹ ਭਾਈ ਜਰਨੈਲ ਸਿੰਘ ਵਿਲੱਖਣ ਉਹਨਾਂ ਦੇ ਵਿੱਚੋਂ ਪੈਦਾ ਹੋਇਆ ਸੀ ਜੀ। ਇਹ ਬੇਸਿਕਲੀ ਸਾਰੇ ਕਾਇਰ ਨੇ। ਇਹਨਾਂ ਨੂੰ ਸਰਕਾਰ ਦੀ ਸ਼ਰਨ 'ਚ ਇਸੇ ਕਰਕੇ ਜਾਣਾ ਪੈਂਦਾ ਹੈ ਜੀ। ਇਹਨਾਂ ਨੂੰ ਇੰਨੇ ਬਾਡੀਗਾਰਡ ਹੀ ਇਸੇ ਕਰਕੇ ਰੱਖਣੇ ਪੈਂਦੇ ਨੇ ਜੀ। ਹੁਣ ਗੁਰਬਾਣੀ ਤੇ ਬੜੀ ਸਪਸ਼ਟ ਹੈ ਵੀ ਮੌਤ ਉਦੋਂ ਆਉਣੀ ਹੈ ਜਦੋਂ ਅਕਾਲ ਪੁਰਖ ਦਾ ਹੁਕਮ ਆਉਣਾ ਹੈ। ਗੁਰਬਾਣੀ ਦੇ ਇਹਦੇ ਬਾਰੇ ਕੋਈ ਸ਼ੰਕਾ ਨਹੀਂ। ਬਿਲਕੁਲ ਬਿਲਕੁਲ। ਲੇਕਿਨ ਉਹਦੇ ਬਾਅਦ ਇੰਨੇ ਬਾਡੀਗਾਰਡ ਲਾਏ ਫਿਰਦੇ ਨੇ, ਕਦ ਨਹੀਂ ਲਈ ਫਿਰਦੇ ਨੇ। ਨਾ ਇਹਨਾਂ ਨੂੰ ਗੁਰਬਾਣੀ ਤੇ ਵਿਸ਼ਵਾਸ ਹੈ ਤੇ ਨਾ ਇਹਨਾਂ ਨੂੰ ਆਪਣੇ ਆਪ ਤੇ ਵਿਸ਼ਵਾਸ ਹੈ। ਇਹਨਾਂ ਨੂੰ ਬਾਡੀਗਾਰਡ ਇਸ ਕਰਕੇ ਰੱਖਣੇ ਪੈਂਦੇ ਨੇ ਕਿਉਂਕਿ ਕਾਇਰ ਨੇ, ਬੁਜ਼ਦਿਲ ਨੇ। ਇਹ ਸਾਰੇ ਬੁਜ਼ਦਿਲ ਨੇ, ਐਕਸੈਪਸ਼ਨ ਵੀ ਕੋਈ ਨਹੀਂ ਇਹਨਾਂ ਵਿੱਚ। ਉਹ ਵੀ ਜਿਹੜੇ ਅੱਜ ਭਾਈ ਜਰਨੈਲ ਸਿੰਘ ਦੀ ਗੱਦੀ ਉੱਤੇ ਬੈਠੇ ਨੇ ਜੀ, ਭਾਵੇਂ ਕਿਸੇ ਧਿਰ ਦੇ ਵਿੱਚ, ਉਹਨਾਂ ਦੀ ਵਿੱਚ 3 ਗੱਦੀਆਂ ਹੋ ਗਈਆਂ ਨਾ ਜੀ, 3 ਦੀਆਂ ਵੀ 4 ਹੋ ਗਈਆਂ। ਸੋ ਉਹ ਵੀ ਸਾਰਾ ਜਿਹੜਾ ਉਸੇ ਲਾਣੇ ਦੇ ਵਿੱਚ ਹੀ ਨੇ। ਉਹ ਠੀਕ ਹੈ, ਇੱਕ ਵਿਲੱਖਣ ਵਿਅਕਤੀ ਪੈਦਾ ਹੋਇਆ, ਉਹਨੇ ਕੌਮ ਪ੍ਰਤੀ ਆਪਣਾ ਕੋਈ ਫਰਜ਼ ਸਮਝਿਆ ਤੇ ਜਿਹੜੀ ਗੱਲਬਾਤ ਜੋ ਵੀ ਹੋਇਆ ਸਿਲਸਿਲਾ, ਉਹਦੇ ਬਾਰੇ ਹੁਣ ਕਈ ਤਰ੍ਹਾਂ ਦੇ ਅਲੱਗ-ਅਲੱਗ ਵਿਚਾਰ ਹੋ ਸਕਦੇ ਨੇ। ਲੇਕਿਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਬਹਾਦਰੀ ਦੇ ਨਾਲ ਲੜ ਕੇ ਸ਼ਹਾਦਤ ਦਿੱਤੀ ਉਹਨਾਂ ਨੇ। ਬਿਲਕੁਲ ਬਿਲਕੁਲ ਸ਼ਹਾਦਤ ਦਿੱਤੀ ਤੇ ਇਹਦੇ ਬਾਰੇ ਤਾਂ ਕੋਈ ਸ਼ੰਕਾ ਨਹੀਂ ਹੋ ਸਕਦਾ। ਲੇਕਿਨ ਇਹ ਤਾਂ ਬੇਸਿਕਲੀ ਸਾਰੇ ਡਰਪੋਕ ਲੋਕ ਨੇ। ਇਹ ਸਾਂਝਾ ਹੀ ਸਰਕਾਰਾਂ ਦੇ ਨਾਲ ਤਾਂ ਕਰਕੇ ਪਾਉਂਦੇ ਨੇ ਤਾਂ ਕਿ ਉਹਨਾਂ ਦੀ ਇਹਨਾਂ ਨੂੰ ਸਰਪ੍ਰਸਤੀ ਮਿਲੀ ਰਵੇ ਔਰ ਇਹ ਸੁਰੱਖਿਅਤ ਰਹਿਣ। ਇਹਨਾਂ ਦੇ ਪਾਪ ਕਰਮ ਜਿਹੜੇ ਨੇ ਉਹ ਸਾਹਮਣੇ ਨਾ ਆਉਣ, ਦੁਨੀਆ ਦੇ ਸਾਹਮਣੇ ਨਾ ਆਉਣ। ਸਰ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਮਾਂ ਦਿੱਤਾ। ਮੈਨੂੰ ਪਤਾ ਸੀ ਤੁਸੀਂ ਕਾਫੀ ਰੁਝੇਵੇਂ ਦੇ ਵਿੱਚ ਹੋ, ਇਸ ਕਰਕੇ ਆਪਾਂ ਜਲਦੀ ਹਲੇ ਗੱਲਾਂ ਕਾਫੀ ਕਰਨੀਆਂ ਸੀ, ਪਰ ਕਿਉਂਕਿ ਤੁਸੀਂ ਜਾਣਾ ਹੈ ਕਿਤੇ, ਮੇਰਾ ਵੀ ਜਾਣ ਦਾ ਸਮਾਂ ਹੋ ਗਿਆ। ਮੈਂ ਜੀ ਜੀ ਇਸੇ ਕਰਕੇ ਆਪਾਂ ਹੁਣ ਸਮਾਪਤੀ ਕਰਦੇ ਹਾਂ ਜੀ ਜੀ ਜੀ। ਸੋ ਮੈਂ ਆਖਰੀ ਗੱਲ ਕਰਕੇ ਸਮਾਪਤ ਕਰਦਾ ਕਿ ਜਿਹੜੀ ਟਕਸਾਲ ਜਾਂ ਟਕਸਾਲੀ, ਹੁਣ ਮੈਨੂੰ ਬਾਹਰ ਆ ਕੇ ਬੈਠੇ ਹੋਏ ਨੇ, ਮੈਂ ਸਮਝ ਗਿਆ ਜੀ। ਤੇ ਮੈਂ ਕਿਹਾ ਵੀ ਜਿਹੜੀ ਟਕਸਾਲ ਕਹਿੰਦੀ ਹੁੰਦੀ ਸੀ ਅਸੀਂ ਪੰਥ ਦੀ ਲੜਾਈ ਲੜ ਰਹੇ ਹਾਂ, ਸ਼ਾਇਦ ਉਹ ਟਕਸਾਲ ਅੱਜ ਬੁੱਢੀ ਹੋ ਗਈ ਹੈ, ਇਸ ਕਰਕੇ ਬਾਦਲ ਪਰਿਵਾਰ ਦੇ ਮੋਢਿਆਂ ਦਾ ਸਹਾਰਾ ਲੈਣਾ ਪੈ ਰਿਹਾ ਉਹਨਾਂ ਨੂੰ।
ਵੀ ਹੁਣ ਪੰਥ ਦੀ ਜਵਾਨ ਲੜਾਈ ਕਦੋਂ ਲੜ ਹੋਈ ਨਹੀਂ ਸੀ ਜੀ, ਸਕਦੇ ਜਿਹੜੀ ਹੋ। ਬੁੱਢੀ ਹੋ ਗਈ ਆ, ਇੱਕ ਵਿਲੱਖਣ ਸ਼ਖਸੀਅਤ ਵਿੱਚੋਂ ਨਿਕਲ ਆਈ। ਇਹ ਤੇ ਪਹਿਲੇ ਦਿਨ ਤੋਂ ਪਿੰਗਲੇ ਸਨ, ਅੱਜ ਵੀ ਪਿੰਗਲੇ ਨੇ। ਠੀਕ ਹੈ ਜੀ। ਇਹਨਾਂ ਨੂੰ ਭਾਈ ਜਰਨੈਲ ਸਿੰਘ ਦੀ ਵਿਲੱਖਣ ਸ਼ਖਸੀਅਤ ਤੋਂ ਨਹੀਂ ਮਾਪਿਆ ਜਾ ਸਕਦਾ। ਇਹ ਗੱਲ ਇਹ ਬਹੁਤ ਪਿੰਗਲੇ ਬਹੁਤ ਪੈਦਾ ਹੋਏ ਸਨ, ਅੱਜ ਵੀ ਪਿੰਗਲੇ ਨੇ। ਇਹਨਾਂ ਨੂੰ ਜੀ। ਸਦਾ ਹੀ ਸਹਾਰੇ ਦੀ ਲੋੜ ਰਹਿਣੀ ਹੈ। ਇਹ ਭਾਈ ਜਰਨੈਲ ਸਿੰਘ ਹੁਣਾਂ ਦਾ ਨਾਮ ਵਰਤ ਕੇ ਆਪਣੇ ਆਪ ਨੂੰ ਸਟੈਬਲਿਸ਼ ਕਰੀ ਬੈਠੇ ਨੇ ਸਿੱਖਾਂ ਦੇ ਵਿੱਚ ਹੁਣ। ਬਸ ਉਹਨਾਂ ਦੇ ਨਾਂ ਤੇ ਆਪਣੀ ਹੱਟੀ ਚਲਾਉਣਾ ਚਾਹੁੰਦੇ। ਜੀ 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 ਸਰ, ਧੰਨਵਾਦ ਤੁਹਾਡਾ। ਮਾਫੀ ਚਾਹੁੰਦੇ ਹਾਂ, ਥੋੜਾ ਤੁਸੀਂ ਲੇਟ ਵੀ ਹੋ ਗਏ ਹੋ, ਪਰ ਫਿਰ ਵੀ ਧੰਨਵਾਦ ਤੁਹਾਡਾ, ਤੁਸੀਂ ਸਮਾਂ ਦਿੱਤਾ।